ਦੋਸਤੋ ਨਮਸਕਾਰ। ਅੱਜ ਅਸੀਂ ਨਵਾਂ ਟੌਪਿਕ ਲੈ ਕੇ ਆਏ ਹਾਂ ਜੁਆਇੰਟ ਪੇਨ, ਜੋ ਕਿ ਬਹੁਤ ਹੀ ਜ਼ਿਆਦਾ ਕਾਮਨ ਹੋ ਗਿਆ ਅੱਜ ਕੱਲ੍ਹ। ਤੇ ਜੇ ਅਸੀਂ ਗੂਗਲ ਡਾਟਾ ਵੀ ਚੈੱਕ ਕਰੀਏ ਜਾਂ ਗਲੋਬਲੀ ਦੇਖੀਏ ਤਾਂ ਮੇਰੇ ਖਿਆਲ ਦੇ ਵਿੱਚ ਅਕੋਰਡਿੰਗ ਟੂ ਗੂਗਲ 350 ਮਿਲੀਅਨ ਨੇ ਜਿਹੜੇ ਗਲੋਬਲੀ ਲੋਕ ਜਿਹੜੇ ਪਰੇਸ਼ਾਨ ਨੇ ਜੁਆਇੰਟ ਪੇਨ ਤੋਂ। ਤੇ ਜੇ ਇੰਡੀਆ 'ਚ ਦੇਖੀਏ ਤਾਂ 23% ਹੈ ਜਿਹੜੀ ਆਬਾਦੀ ਹੈ ਉਹ ਲੋਕ ਜੁਆਇੰਟ ਪੇਨ ਤੋਂ ਪ੍ਰਭਾਵਿਤ ਨੇ। ਜੇ ਆਸਟ੍ਰੇਲੀਆ ਦਾ ਦੇਖੀਏ, ਜਿੱਦਾਂ ਕਿ ਮੈਂ ਆਸਟ੍ਰੇਲੀਆ ਰਹਿਣਾ, ਤਾਂ 4 ਮਿਲੀਅਨ ਜਿਹੜੇ ਲੋਕ ਨੇ ਉਹ ਇਸ ਚੀਜ਼ ਤੋਂ ਪ੍ਰਭਾਵਿਤ ਨੇ। ਤੇ ਆਉਣ ਵਾਲੀ ਪ੍ਰੈਡਿਕਸ਼ਨ ਕਹਿ ਰਹੀ ਹੈ ਕਿ 2030 ਦੇ ਵਿੱਚ 5.4 ਮਿਲੀਅਨ ਨੇ ਜਿਹੜੇ ਹੋ ਜਾਣਗੇ। ਤੇ ਸਭ ਤੋਂ ਵੱਧ ਜਿਹੜਾ ਪੂਰੇ ਵਰਲਡ 'ਚ ਜਿਹੜਾ ਕੰਟਰੀ ਸਭ ਤੋਂ ਪ੍ਰਭਾਵਿਤ ਹੈ ਉਹ ਹੈਗਾ ਰਸ਼ੀਆ, ਜਿਹਦੇ ਵਿੱਚ ਕਿ 38% ਨੇ ਉਹ ਮੈਨਸ ਨੇ, ਉਹ ਮਰਦਾਂ ਨੂੰ ਇਹ ਪ੍ਰੋਬਲਮ ਹੈ, ਤੇ ਔਰਤਾਂ ਨੂੰ ਹੈਗੀ ਹੈ 17%। ਤੇ ਇਸ ਪ੍ਰੋਬਲਮ ਨੂੰ ਠੀਕ ਕਰਨ ਲਈ, ਉਸ ਦਾ ਹੱਲ ਲੱਭਣ ਲਈ ਮੇਰੇ ਨਾਲ ਨੇ ਅੱਜ ਡਾਕਟਰ ਸੁਨੀਲ ਜੀ, ਜਿਨ੍ਹਾਂ ਬਾਰੇ ਕਿ ਮੈਂ ਦੱਸ ਦੇਵਾਂ ਕਿ ਉਹ BMS ਨੇ, BAMS, ਤੇ ਉਹਨਾਂ ਦੀ 15 ਸਾਲ ਦੀ ਪ੍ਰੈਕਟਿਸ ਹੈ, ਜੋ ਕਿ ਸ਼੍ਰੀ ਰਵੀ ਸ਼ੰਕਰ ਜੀ ਨਾਲ ਆਰਟ ਆਫ ਲਿਵਿੰਗ ਨਾਲ ਕੰਮ ਕਰ ਚੁੱਕੇ ਨੇ। ਤੇ ਸੁਦਾਂਸ਼ੂ ਜੀ ਮਹਾਰਾਜ, ਜਿਨ੍ਹਾਂ ਦੀ ਫਾਊਂਡੇਸ਼ਨ ਹੈ ਹੈਲਥ ਗਲੋਬਲ ਫਾਊਂਡੇਸ਼ਨ, ਉਹਨਾਂ ਨਾਲ ਵੀ ਉਹ ਕਾਫੀ ਕੰਮ ਕਰ ਚੁੱਕੇ ਨੇ। ਤੇ ਉਹ ਅੱਜ ਆਪਾਂ ਨੂੰ ਇਸ ਚੀਜ਼ ਦੀ ਜਾਣਕਾਰੀ ਦੇਣਗੇ, ਜੁਆਇੰਟ ਪੇਨ ਦੀ। ਤੇ ਮੈਂ ਉਹਨਾਂ ਨੂੰ ਇਨਵਾਈਟ ਕਰਦਾ। ਨਮਸਕਾਰ ਜੀ। ਨਮਸਕਾਰ ਸਰ। ਤੇ ਸੁਨੀਲ ਜੀ ਨਮਸਕਾਰ, ਤੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਜਿਹੜੇ ਦੇਖ ਰਹੇ ਨੇ, ਇਹ ਜਿਹੜੇ ਲਾਸਟ ਟਾਈਮ ਜੁੜੇ ਸੀ ਆਪਣੇ ਨਾਲ ਜੀ। ਤੇ ਸੁਨੀਲ ਜੀ, ਮੈਂ ਤੁਹਾਨੂੰ ਦੱਸਦਾ ਕਿ ਇੱਕ ਅੱਛੀ ਖਬਰ ਇਹ ਹੈ ਕਿ ਜਿਹੜੀ ਆਪਾਂ ਲਾਸਟ ਟਾਈਮ ਜਿਹੜੀ ਟੌਪਿਕ ਤੇ ਗੱਲ ਕੀਤੀ ਸੀ ਸ਼ੂਗਰ ਤੇ ਜੀ, ਸ਼ੂਗਰ ਤੋਂ ਪਹਿਲਾਂ ਇੱਕ ਆਪਾਂ ਗੱਲ ਕੀਤੀ ਸੀਗੀ ਕਿ ਆਪਣਾ ਜਿਹੜਾ ਪੇਟ ਕਿੱਦਾਂ ਸਾਫ਼ ਕਰਨਾ ਹੈ ਨਾ। ਜੀ ਬਿਲਕੁਲ। ਤੇ ਉਹਦੇ ਵਿੱਚ ਤੁਸੀਂ ਦੱਸਿਆ ਸੀਗਾ ਕਿ ਐਪਲ ਤੇ ਨਿੰਬੂ ਤੇ ਸਿਨੇਮਨ, ਜੀ, ਤਿੰਨ ਚੀਜ਼ਾਂ ਜੀ ਜੀ ਰਾਤ ਭਿਉਂ ਕੇ ਕੰਮ ਕਰਨਾ ਹੈ। ਤੇ ਜੇ 2-3 ਦਿਨ ਆਪਾਂ ਮਹੀਨੇ 'ਚ ਪੀਏ ਤਾਂ ਠੀਕ ਹੋ ਜਾਏਗਾ। ਜੀ ਬਿਲਕੁਲ, ਬਲੱਡ ਡਿਟੌਕਸ ਹੋ ਜਾਏਗਾ ਜੀ। ਜਿਹੜੀ ਡਿਟੌਕਸ ਕਰਨ ਦੀ ਇਹ ਤੁਹਾਡੀ ਜਿਹੜੀ ਵਿਧੀ ਸੀਗੀ, ਜਿਹੜਾ ਪ੍ਰੋਸੈਸ ਸੀਗਾ, ਉਹ ਕਾਫੀ ਕੰਮ ਆ ਰਿਹਾ ਲੋਕਾਂ ਦੇ। ਥੈਂਕ ਯੂ ਜੀ। ਮੈਂ ਚਾਹੁੰਦਾ ਕਿ ਸਾਰੇ ਲੋਕ ਏਦਾਂ ਹੀ ਸਵਸਥ ਰਹਿਣ ਜੀ। ਤੇ ਮੈਨੂੰ ਮੈਸੇਜ ਆਏ ਨੇ, ਫੋਨ ਆਏ ਨੇ ਪਰਸਨਲੀ, ਕਿ ਇੱਕ ਤਾਂ ਹੁੰਦਾ ਨਾ ਕਿ ਤੁਸੀਂ ਜਿੱਦਾਂ ਲਾਸਟ ਟਾਈਮ ਦੱਸ ਰਹੇ ਸੀਗੇ ਕਿ ਆਯੁਰਵੈਦਾ 'ਚ ਇਹ ਹੁੰਦਾ ਕਿ ਕਾਫੀ ਟਾਈਮ ਬਾਅਦ ਜਿਹੜਾ ਤੁਹਾਨੂੰ ਪਤਾ ਲੱਗਦਾ ਕਿ ਇਹਦੀ ਜਿਹੜੇ ਫਾਇਦੇ ਕੀ ਨੇ। ਜੀ ਜੀ ਜੀ। ਪਰ ਉਹ ਚੀਜ਼ ਇੱਦਾਂ ਦੀ ਹੈ ਕਿ ਉਹ ਤੁਹਾਨੂੰ ਉਸੇ ਟਾਈਮ ਪਤਾ ਲੱਗ ਰਿਹਾ ਹੈ। ਤੁਹਾਨੂੰ ਪੇਟ ਸਾਫ਼ ਹੋ ਰਿਹਾ ਹੈ, ਤੁਹਾਡਾ ਜਿਹੜਾ ਡਿਟੌਕਸ ਹੋ ਰਹੀ ਹੈ ਨਾ, ਜਦੋਂ ਪੀ ਕੇ ਹਟਦੇ ਹੋ ਤੁਸੀਂ, ਦੂਸਰੇ ਦਿਨ ਯੂਰਿਨ ਪਾਸ ਕਰਦੇ ਹੋ, ਤੁਹਾਨੂੰ ਪਤਾ ਲੱਗ ਰਿਹਾ ਕਿ ਹੋ ਰਹੀ ਹੈ। ਇਹ ਬਹੁਤ ਅੱਛੀ ਚੀਜ਼ ਹੈ। ਚਲੋ ਬਹੁਤ ਵਧੀਆ ਸਰ, ਖੁਸ਼ੀ ਹੁੰਦੀ ਹੈ ਜਦੋਂ ਕੋਈ ਯੂਜ਼ ਕਰਦਾ ਬੰਦਾ ਤੇ ਠੀਕ ਮਹਿਸੂਸ ਕਰਦਾ, ਤਾਂ ਦੁਆਵਾਂ ਸਾਡੇ ਕੋਲ ਪਹੁੰਚਦੀਆਂ ਉਹਨਾਂ ਦੀ। ਜੀ, ਤੁਹਾਨੂੰ ਵੀ ਦੁਆਵਾਂ ਮਿਲਣਗੀਆਂ ਜੀ। ਤੁਸੀਂ ਆਸਟ੍ਰੇਲੀਆ 'ਚ ਬਹਿ ਕੇ ਇੰਡੀਆ ਦੇ ਵਿੱਚ ਲੋਕਾਂ ਦੀ ਭਲਾਈ ਵਾਸਤੇ ਹਮੇਸ਼ਾ ਅਗਰਸਰ ਹੈਗੇ ਹੋ, ਤੇ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਫਿਰ ਟਾਈਮ ਕੱਢਦੇ ਹੋ, ਮਿਹਨਤ ਕਰਦੇ ਹੋ। ਔਰ ਮੈਂ ਜਿਹੜਾ ਡਾਟਾ ਤੁਸੀਂ ਦੱਸ ਰਹੇ ਹੈਗੇ ਹੋ, ਆਈ ਐਮ ਸੋ ਸਰਪ੍ਰਾਈਜ਼ ਕਿ ਰਸ਼ੀਆ ਦੇ ਵਿੱਚ ਮੇਲ ਜ਼ਿਆਦਾ ਅਫੈਕਟਡ ਹੈਗੇ, ਜਦਕਿ ਇਹ ਪ੍ਰੋਬਲਮ ਫੀਮੇਲਸ ਨੂੰ ਜ਼ਿਆਦਾ ਹੁੰਦੀ। 38% ਮੇਲਸ ਨੇ ਤੇ 70% ਫੀਮੇਲਸ ਨੇ ਜੀ। ਹਾਂ, ਬਟ ਐਜ਼ ਪਰ ਮੈਡੀਕਲ ਅਸੀਂ ਦੇਖਦੇ ਹਾਂ ਕਿ ਫੀਮੇਲਸ ਆਰ ਮੋਰ affected instead of males ਜੀ। ਤੇ ਅੱਜ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਮੇਰੀ ਇੰਟਰੋ ਸੁਣੀ ਲਈ ਹੋਣੀ ਕਿ ਆਪਾਂ ਅੱਜ ਗੱਲ ਕਰ ਰਹੇ ਹਾਂ ਕਿ ਜੁਆਇੰਟ ਪੇਨ ਤੇ। ਜੀ ਪਲੀਜ਼ ਸਾਨੂੰ ਤੁਸੀਂ ਥੋੜਾ ਦੱਸੋਗੇ ਕਿ ਜੁਆਇੰਟ ਪੇਨ ਹੁੰਦੀ ਕੀ ਹੈ, ਕਿੱਦਾਂ ਹੁੰਦੀ ਹੈ ਇਹ? ਸਰ ਓਕੇ, ਜੁਆਇੰਟ ਪੇਨ ਅਗਰ ਆਪਾਂ ਦੇਖੀਏ, ਸਿੰਪਲੀ ਨਾਮ ਹੀ ਕਹਿ ਦਿੰਦਾ ਕਿ ਜੋੜਾਂ ਦੇ ਵਿੱਚ ਦਰਦ ਹੋ ਰਿਹਾ ਤਾਂ ਜੁਆਇੰਟ ਪੇਨ ਹੈਗੀ ਹੈ। ਬਟ ਜੁਆਇੰਟ ਪੇਨ ਨੂੰ ਅਗਰ ਆਪਾਂ ਡਿਸਕ੍ਰਾਈਬ ਕਰੀਏ ਜਾਂ ਕਲਾਸੀਫਾਈ ਕਰੀਏ, ਤਾਂ ਮੋਟੇ ਤੌਰ ਤੇ ਅਸੀਂ 3 ਤਰ੍ਹਾਂ ਦੀ ਜੁਆਇੰਟ ਪੇਨ ਨੂੰ ਲੈਂਦੇ ਹਾਂ। 3 ਤਰ੍ਹਾਂ ਦੀਆਂ ਬਿਮਾਰੀਆਂ ਹੈਗੀਆਂ ਜਿਹਨੂੰ ਅਸੀਂ ਜ਼ਿਆਦਾ ਦੇਖਦੇ ਹਾਂ। ਹਾਲਾਂਕਿ ਐਲੋਪੈਥੀ ਦੇ ਵਿੱਚ ਬਹੁਤ ਸਾਰੀਆਂ ਹੋਰ ਡਿਵੀਜ਼ਨ ਬਣ ਗਈਆਂ, ਬਹੁਤ ਸਾਰੀਆਂ ਸਮਝ ਲਓ ਕਿ ਉਹਨਾਂ ਨੇ ਨਾਮ ਬੜੇ ਨਵੇਂ ਰੱਖ ਦਿੱਤੇ। ਬਟ ਐਜ਼ ਪਰ ਆਯੁਰਵੇਦਾ
ਮੋਟੇ ਤੌਰ ਤੇ 3 ਤਰ੍ਹਾਂ ਦੀਆਂ ਬਿਮਾਰੀਆਂ ਮੰਨਦੇ ਆ। ਪਹਿਲੀ ਹੁੰਦੀ ਹੈ ਜਿਹਨੂੰ ਅਸੀਂ ਆਮ ਵਾਤ ਕਹਿੰਦੇ ਹਾਂ, ਐਲੋਪੈਥੀ 'ਚ ਉਹਨੂੰ ਰਿਮੋਟਡ ਆਰਥਰਾਈਟਿਸ ਕਹਿੰਦੇ ਆ, ਸਾਡੇ ਵੱਲੋਂ ਦਾ ਨਾਮ ਆਮ ਵਾਤ ਹੈ। ਔਰ ਆਮ ਵਾਤ ਕਿਉਂ ਨਾਮ ਹੈ? ਕਿਉਂਕਿ ਇਹਦੀ ਪ੍ਰੋਬਲਮ ਕ੍ਰੀਏਟ ਕਰਨ ਵਾਲੀ ਜੋ ਚੀਜ਼ ਹੈਗੀ ਉਹ ਆਮ ਹੈ। ਆਮ ਮਤਲਬ ਅਪਚ, ਜੋ ਖਾਣਾ ਅਸੀਂ ਖਾਤਾ ਉਹ ਡਾਈਜੈਸਟ ਨਹੀਂ ਹੋਇਆ ਔਰ ਉਹ ਅਪਚ ਬਣ ਕੇ, ਐਸਿਡਿਟੀ ਬਣ ਕੇ ਸਾਡੇ ਬਲੱਡ ਦੇ ਵਿੱਚ ਘੁੰਮਣਾ ਸ਼ੁਰੂ ਹੋਇਆ, ਦੈਟ ਇਜ਼ ਆਮ। ਔਰ ਜਦੋਂ ਉਹੀ ਆਮ ਸਾਡੇ ਵਾਤ ਨੂੰ ਡਿਸਟਰਬ ਕਰਕੇ ਜੁਆਇੰਟ ਪੇਨਸ ਕਰਦਾ ਹੈਗਾ ਤਾਂ ਅਸੀਂ ਉਸ ਨੂੰ ਆਮ ਵਾਤ ਕਹਿੰਦੇ ਹਾਂ। ਐਲੋਪੈਥੀ ਦਾ ਆਪਾਂ ਦੇਖੀਏ ਐਸਪੈਕਟ ਜਿਹੜਾ ਹੈਗਾ, ਉਹ ਕਹਿੰਦੇ ਕਿ ਆਟੋ ਇਮਿਊਨ ਡਿਜ਼ੀਜ਼ ਹੈ, ਇਸ ਲਈ ਇਹਨੂੰ ਠੀਕ ਕਰਨਾ ਆਸਾਨ ਨਹੀਂ ਹੈ। ਬਟ ਆਯੁਰਵੇਦ ਦੇ ਵਿੱਚ ਜੇਕਰ ਤੁਸੀਂ ਆਮ ਦੀ ਚਿਕਿਤਸਾ ਕਰਦੇ ਰਹਿੰਦੇ ਹੋ ਤਾਂ ਬਹੁਤ ਆਸਾਨੀ ਦੇ ਨਾਲ ਇਹਨੂੰ ਟ੍ਰੀਟ ਕੀਤਾ ਜਾ ਸਕਦਾ ਹੈ, ਪ੍ਰੋਵਾਈਡਡ ਕਿ ਤੁਹਾਨੂੰ ਪਤਾ ਹੋਵੇ ਕਿ ਇਹਦੇ ਵਿੱਚ ਜਿਵੇਂ ਪੇਨ ਕਿਲਰਸ ਨਹੀਂ ਖਾਣੇ, ਕੋਈ ਵੀ ਇੱਦਾਂ ਦਾ ਸਮਾਨ ਨਹੀਂ ਖਾਣਾ ਜਿਹਦੇ ਨਾਲ ਤੁਹਾਡਾ ਡਾਈਜੈਸ਼ਨ ਖਰਾਬ ਹੋਵੇ। ਔਰ ਇਹਦੇ ਵਿੱਚ ਵੱਡੇ ਜੋੜ ਜ਼ਿਆਦਾ ਇਫੈਕਟਡ ਹੁੰਦੇ ਆ, ਹਾਲਾਂਕਿ ਬਾਅਦ ਦੇ ਵਿੱਚ ਤਾਂ ਸਾਰੇ ਜੋੜ ਜਿਹੜੇ ਹੈਗੇ, ਫਿੰਗਰਸ ਜਿਹੜੀਆਂ ਤੁਹਾਡੀਆਂ ਇਸ ਤਰ੍ਹਾਂ ਟੇਢੀਆਂ ਵੀ ਹੋ ਜਾਂਦੀਆਂ, ਪੈਰਾਂ ਦੀਆਂ ਵੀ, ਹੱਥਾਂ ਦੀਆਂ ਵੀ। ਔਰ ਇੱਕ ਇਹਦੇ ਵਿੱਚ ਰਿਕਮੈਂਡੇਸ਼ਨ ਹੁੰਦੀ ਹੈ, ਭਾਵੇਂ ਤੁਸੀਂ ਪੇਨ ਮਹਿਸੂਸ ਕਰ ਰਹੇ ਹੋ, ਪੇਨ ਕਿਲਰ ਨਾ ਖਾ ਕੇ ਤੁਸੀਂ ਵਰਕਿੰਗ ਜਾਰੀ ਰੱਖੋਗੇ, ਕਿਉਂਕਿ ਅਗਰ ਤੁਸੀਂ ਇੱਕ ਵਾਰ ਤੁਹਾਡੀਆਂ ਫਿੰਗਰਸ ਜਾਂ ਪੈਰਾਂ ਦੀਆਂ ਜਾਂ ਹੱਥਾਂ ਦੀਆਂ ਟੇਢੀਆਂ ਹੋ ਗਈਆਂ ਤਾਂ ਵਾਪਸ ਉਹਨਾਂ ਨੂੰ ਠੀਕ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈਗਾ। ਇਹ ਹੈਗਾ ਆਮ ਵਾਤ। ਦੂਜੀ ਬਿਮਾਰੀ ਜਿਹਨੂੰ ਅਸੀਂ ਕਹਿੰਦੇ ਹਾਂ ਗਾਊਟ, ਤੇ ਆਯੁਰਵੇਦ ਕਹਿੰਦਾ ਹੈ ਵਾਤ ਰਕਤ, ਇਹਦੇ ਵਿੱਚ ਸਾਡਾ ਯੂਰਿਕ ਐਸਿਡ ਵੱਧ ਜਾਂਦਾ ਹੈਗਾ। ਅਗੇਨ ਡਾਈਜੈਸ਼ਨ ਨਾਲ ਹੀ ਰਿਲੇਟਡ ਗੱਲ ਹੈਗੀ, ਅਗਰ ਪ੍ਰੋਟੀਨ ਤੁਹਾਡੇ ਡਾਈਜੈਸਟ ਨਹੀਂ ਹੁੰਦੇ ਤਾਂ ਉਹ ਗਲ ਸੜ ਕੇ ਸਾਡੇ ਸਰੀਰ ਦੇ ਅੰਦਰ ਯੂਰਿਕ ਐਸਿਡ ਦਾ ਨਿਰਮਾਣ ਕਰਦੇ ਆ, ਤੇ ਉਹੀ ਯੂਰਿਕ ਐਸਿਡ ਜਦੋਂ ਸਾਡੇ ਜੁਆਇੰਟਸ ਦੇ ਵਿੱਚ ਜਾ ਕੇ ਜੰਮ ਜਾਂਦਾ ਹੈ ਜਾਂ ਅੱਡੀਆਂ ਦੇ ਵਿੱਚ ਜੰਮ ਜਾਂਦਾ ਤਾਂ ਉੱਥੇ ਜਾ ਕੇ ਪੇਨ ਪੈਦਾ ਕਰਦਾ ਹੈ। ਅਗੇਨ ਟ੍ਰੀਟਮੈਂਟ ਫਿਰ ਉਹੀ ਹੋਏਗਾ, ਟ੍ਰੀਟਮੈਂਟ ਪਹਿਲਾਂ ਯੂਰਿਕ ਐਸਿਡ ਦਾ ਹੋਏਗਾ, ਡਾਈਟ ਦਾ ਹੋਏਗਾ। ਔਰ ਤੀਸਰੀ ਪ੍ਰੋਬਲਮ ਜਿਹਨੂੰ ਅਸੀਂ ਕਹਿੰਦੇ ਹਾਂ ਸੰਧੀਗਤ ਵਾਤ, ਆਯੁਰਵੇਦ ਸੰਧੀਗਤ ਵਾਤ ਕਹਿੰਦਾ, ਐਲੋਪੈਥੀ ਇਹਨੂੰ ਆਸਟੀਓਆਰਥਰਾਈਟਿਸ ਕਹਿੰਦੀ ਹੈ। ਇਹਦੇ ਵਿੱਚ ਕੀ ਹੁੰਦਾ ਕਿ ਤੁਹਾਡੇ ਜਿਹੜੇ ਜੁਆਇੰਟਸ ਹੈਗੇ ਆ ਉਹਨਾਂ ਦੇ ਵਿੱਚ ਲੁਬਰੀਕੇਸ਼ਨ ਹੈ ਮੂਵਮੈਂਟ ਕਰਨ ਵਾਸਤੇ ਜੀ। ਹਰੇਕ ਜੁਆਇੰਟ ਦੇ ਵਿੱਚ ਗੋਡ ਗਿਫਟਡ ਲੁਬਰੀਕੇਸ਼ਨ ਹੈਗੀ ਹੈ। ਆਯੁਰਵੇਦ ਦੇ ਵਿੱਚ ਅਸੀਂ ਇਹਨੂੰ ਕਫ ਕਹਿੰਦੇ ਹਾਂ, ਬਟ ਐਲੋਪੈਥੀ ਸਾਈਨੋਵੀਅਲ ਫਲੂਇਡ ਦਾ ਨਾਮ ਦਿੰਦੀ ਹੈ। ਤੇ ਜਦੋਂ ਇਹ ਫਲੂਇਡ ਘਟ ਜਾਂਦਾ ਹੈ, ਸੁੱਕ ਜਾਂਦਾ ਹੈ ਜਾਂ ਬਿਲਕੁਲ ਖਤਮ ਹੋ ਜਾਂਦਾ ਹੈ ਤਾਂ ਸਾਡੇ ਜੁਆਇੰਟਸ ਜਿਹੜੇ ਹੈਗੇ ਉਹ ਰਗੜ ਖਾਣਾ ਸ਼ੁਰੂ ਕਰ ਦਿੰਦੇ ਆ, ਆਪਸ ਦੇ ਵਿੱਚ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਹੈ, ਕੜ ਦੀ ਆਵਾਜ਼। ਇਹ ਸੰਧੀਗਤ ਵਾਤ ਹੈ। ਇਹਦਾ ਜ਼ਿਆਦਾ ਇੰਪੈਕਟ ਜਿਹੜਾ ਹੈਗਾ ਉਹ ਨੀਜ਼ ਤੇ ਪੈਂਦਾ ਹੈ ਜਾਂ ਸਾਡੀ ਬੈਕ ਤੇ L4 L5 ਤੇ ਜ਼ਿਆਦਾ ਪੈਂਦਾ ਹੈ, ਕਿਉਂਕਿ ਇਹ ਸਾਡੇ ਵੇਟ ਬੀਅਰਿੰਗ ਜੁਆਇੰਟ ਹੈਗੇ ਆ, ਔਰ ਜਿੰਨੇ ਵੀ ਵੇਟ ਬੀਅਰਿੰਗ ਜੁਆਇੰਟਸ ਹੈਗੇ ਉਹਨਾਂ ਦੇ ਉੱਤੇ ਇਹਦਾ ਇੰਪੈਕਟ ਜ਼ਿਆਦਾ ਆਏਗਾ। ਔਰ ਅੱਜ ਦਾ ਟਾਈਮ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਲੋਕੀ ਇਫੈਕਟਡ ਹੈਗੇ ਆ, ਕਿਉਂਕਿ ਡੀਜਨਰੇਸ਼ਨ ਪ੍ਰੋਬਲਮ ਹੈਗੀ ਹੈ, ਡੀਜਨਰੇਸ਼ਨ ਚੇਂਜਸ ਹੁੰਦੀਆਂ ਹੈਗੀਆਂ। ਇਸ ਲਈ ਇਸ ਬਿਮਾਰੀ ਨੂੰ ਬੁੱਕਸ ਦੇ ਅਨੁਸਾਰ ਆਪਾਂ ਦੇਖੀਏ ਤਾਂ 65 ਸਾਲ 70 ਸਾਲ ਤੋਂ ਬਾਅਦ ਦੀ ਬਿਮਾਰੀ ਮੰਨਿਆ ਜਾਂਦਾ ਸੀ, ਲੇਕਿਨ ਅੱਜ ਦਾ ਖਾਣ ਪੀਣ, ਰਹਿਣ ਸਹਿਣ ਔਰ ਲੈਕ ਆਫ ਐਕਟੀਵਿਟੀਜ਼, ਐਕਸਰਸਾਈਜ਼, ਤਾਂ ਇਹ ਸਾਰੀਆਂ ਚੀਜ਼ਾਂ ਨੇ ਕੀ ਕਰ ਦਿੱਤਾ ਕਿ ਇਹ ਬਿਮਾਰੀ ਜਿਹੜੀ ਹੈਗੀ ਹੈ ਘਟਾ ਕੇ 25 ਸਾਲ 35 ਸਾਲ ਦੀ ਉਮਰ ਦੇ ਵਿੱਚ ਵੀ ਲਿਆ ਕੇ ਖੜੀ ਕਰ ਦਿੱਤੀ ਹੈ। ਔਰ ਇਸੇ ਲਈ ਬਹੁਤ ਸਾਰੇ ਲੋਕਾਂ ਦੇ ਨੀ ਰਿਪਲੇਸਮੈਂਟ ਜਿਹੜੇ ਕਾਮਨ ਹੋ ਗਏ ਆ। ਸ਼ਾਇਦ ਤੁਸੀਂ ਵੀ ਮਿਲੇ ਹੋਵੋਗੇ, ਅਗਰ ਅਸੀਂ ਡਾਟਾ ਦੇਖੀਏ 10 ਦੇ ਵਿੱਚੋਂ 5-6 ਬੰਦਿਆਂ ਦੇ ਜਾਂ ਤਾਂ ਨੀ ਰਿਪਲੇਸਮੈਂਟ ਹੋ ਚੁੱਕੇ ਆ ਜਾਂ ਫਿਰ ਉਹ ਆਲਮੋਸਟ ਰੈਡੀ ਹੈਗੇ ਆ ਨੀ ਰਿਪਲੇਸ ਕਰਾਉਣ ਵਾਸਤੇ। ਜੀ ਮੋਟੇ ਤੌਰ ਤੇ ਆਪਾਂ ਮੈਂ ਜਦੋਂ ਵੀ ਇੰਡੀਆ ਆਉਣਾ ਜਾਂ ਉਰੇ ਵੀ ਲੋਕਾਂ ਨੂੰ ਮਿਲਿੰਦਾ ਵਰਤਿੰਦਾ ਤਾਂ ਕਾਮਨਲੀ ਇਹ ਚੀਜ਼ ਹੁੰਦੀ ਹੈ ਕਿ ਨੀ ਰਿਪਲੇਸਮੈਂਟ ਕਰਾ ਰਹੇ ਹਾਂ ਜਾਂ ਕਰਵਾ ਲਈ, ਜਾਂ ਕਿਸੇ ਤੋਂ ਉਹ ਐਡਵਾਈਸ ਲੈ ਰਹੇ ਹੁੰਦੇ ਨੇ ਕਿ ਕਰਾਉਣੀ ਚਾਹੀਦੀ ਹੈ ਜਾਂ ਨਹੀਂ ਕਰਾਉਣੀ ਚਾਹੀਦੀ। ਇਹਦੇ ਬਾਰੇ ਕੀ ਤੁਹਾਡਾ ਵਿਚਾਰ ਹੈ ਕਿ ਕਰਾਉਣੀ ਚਾਹੀਦੀ ਹੈ ਜਾਂ ਨਹੀਂ ਕਰਾਉਣੀ ਚਾਹੀਦੀ? ਸਰ ਦੇਖੋ, ਇੱਕ ਚੀਜ਼ ਹੁੰਦੀ ਹੈ ਕਿ ਪਹਿਲਾਂ ਤਾਂ ਨੀ ਰਿਪਲੇਸਮੈਂਟ ਹੁੰਦੀ ਕੀ ਹੈ ਆਪਾਂ ਉਹ ਸਮਝ ਲਈਏ, ਕਿਉਂਕਿ ਜਦ ਤੱਕ ਮੈਂ ਕਿਸੇ ਬਿਮਾਰੀ ਨੂੰ ਸਮਝਾਂਗਾ ਨਹੀਂ ਤਦ ਤੱਕ ਅਸੀਂ ਇੱਕੋ ਹੀ ਡਿਸੀਜਨ ਸਾਰਿਆਂ ਦੇ ਉੱਪਰ ਨਹੀਂ ਆਪਾਂ ਅਪਲਾਈ ਕਰ ਸਕਦੇ ਕਿ ਇੱਕ ਵਾਰੀ ਕਹਿ ਦਈਏ ਕਿ ਨਹੀਂ ਕਰਾਉਣੀ ਚਾਹੀਦੀ ਜਾਂ ਕਰਾਉਣੀ ਚਾਹੀਦੀ ਹੈਗੀ ਹੈ। ਇਹ ਪੁਆਇੰਟ ਨੂੰ ਸਮਝਣ ਵਾਸਤੇ ਸਾਨੂੰ ਪਹਿਲਾਂ ਇਸ ਪ੍ਰੋਬਲਮ ਨੂੰ ਡੀਪਲੀ ਸਮਝਣਾ ਪਏਗਾ ਤੇ ਉਸ ਤੋਂ ਬਾਅਦ ਹੀ ਪੇਸ਼ੈਂਟ ਡਿਸਾਈਡ ਕਰ ਸਕਦਾ ਤੇ ਅਸੀਂ ਵੀ ਡਿਸਾਈਡ ਕਰ ਸਕਦੇ ਵੀ ਕਿਸ ਸਿਚੁਏਸ਼ਨ 'ਚ ਜਾ ਕੇ ਸਾਨੂੰ ਨੀ ਰਿਪਲੇਸਮੈਂਟ ਕਰਵਾਉਣਾ ਹੀ ਚਾਹੀਦਾ ਜਾਂ ਕੀ ਅਸੀਂ ਇਸ ਨੀ ਰਿਪਲੇਸਮੈਂਟ ਤੋਂ ਬਚ ਸਕਦੇ ਹਾਂ, ਕਿਵੇਂ ਬਚ ਸਕਦੇ ਹਾਂ। ਆਪਾਂ ਉਹਨੂੰ ਥੋੜਾ ਜਿਹਾ ਸਮਝਣ ਦੇ ਲਈ ਪਹਿਲਾਂ ਆਪਾਂ ਨੀ ਨੂੰ ਸਮਝ ਲੈਂਦੇ ਹਾਂ। ਮੈਂ ਤੁਹਾਨੂੰ ਮਾਡਲ ਦਿਖਾਣਾ, ਇਹ ਤੁਸੀਂ ਅਗਰ ਦੇਖ ਪਾ ਰਹੇ ਹੋਗੇ, ਮੈਂ ਉੱਪਰ ਚੱਕ ਦੇਣਾ। ਇਹ ਸਾਡੇ ਨੀ ਦਾ ਮਾਡਲ ਹੈਗਾ, ਜੋ ਤੁਸੀਂ ਬਲੂ ਕਲਰ ਦਾ ਦੇਖ ਰਹੇ ਹੈਗੇ ਹੋ, ਇਹ ਕਾਰਟਿਲੇਜ ਹੈਗਾ। ਇਹਦੇ ਉੱਪਰ ਸਾਡਾ ਨੀ ਮੂਵ ਕਰਦਾ ਇਸ ਤਰੀਕੇ ਨਾਲ, ਠੀਕ ਹੈ ਰਾਈਟ। ਨੀ ਰਿਪਲੇਸਮੈਂਟ, ਨੀ ਜਦੋਂ ਪ੍ਰੋਬਲਮ ਹੁੰਦੀ ਹੈ ਆਸਟੀਓਆਰਥਰਾਈਟਿਸ ਦੀ, ਤਾਂ ਸਾਡਾ ਇਹ ਵਾਲਾ ਪਾਰਟ ਜਿਹੜਾ ਪੋਰਸ਼ਨ ਹੈਗਾ ਬਲੂ ਕਲਰ ਦਾ, ਇਹ ਡਰਾਈ ਹੋ ਜਾਂਦਾ, ਸੁੱਕ ਜਾਂਦਾ। ਤਾਂ ਇਹਦਾ ਸੁੱਕਣ ਦੇ ਨਾਲ ਕੀ ਹੁੰਦਾ, ਹੱਡੀਆਂ ਆਪਸ ਜੁੜਨੀਆਂ ਸ਼ੁਰੂ ਹੋ ਜਾਂਦੀਆਂ, ਫਿਰ ਹੱਡੀਆਂ ਆਪਸ ਕੜਕੜ ਦੀ ਆਵਾਜ਼ ਪੈਦਾ ਕਰਦੀਆਂ ਔਰ ਅੰਦਰ ਬਲੀਡਿੰਗ ਹੁੰਦੀ ਹੈ, ਫਿਰ ਸੋਜਿਸ਼ ਆਉਂਦੀ ਹੈ
ਤੇ ਹੱਡੀਆਂ ਆਪਸ 'ਚ ਜੁੜ ਜਾਂਦੀਆਂ ਹੈਗੀਆਂ। ਜਦੋਂ ਹੱਡੀਆਂ ਬਿਲਕੁਲ ਜੁੜ ਜਾਂਦੀਆਂ ਤਾਂ ਮੂਵਮੈਂਟ ਬਹੁਤ ਹੀ ਜ਼ਿਆਦਾ ਰਿਸਟ੍ਰਿਕਟਡ ਹੋ ਜਾਂਦੀ ਹੈ, ਪੌੜੀ ਚੜ੍ਹਨਾ ਮੁਸ਼ਕਿਲ ਹੋ ਜਾਂਦਾ ਹੈ, ਵਾਕ ਕਰਨਾ ਮੁਸ਼ਕਿਲ ਹੋ ਜਾਂਦਾ ਹੈਗਾ, ਔਰ ਪੇਸ਼ੈਂਟ ਜਿਹੜਾ ਹੈਗਾ ਉਹ ਪੇਨ ਨਾਲ ਬੁਰੀ ਤਰ੍ਹਾਂ ਤੜਫ ਰਿਹਾ ਹੁੰਦਾ, ਕਿਉਂਕਿ ਅੰਦਰ ਜ਼ਖਮ ਹੈਗਾ। ਔਰ ਤੁਸੀਂ ਦੇਖੋ ਕਦੇ ਵੀ ਜ਼ਖਮ ਆਪਣੇ ਬਾਹਰ ਹੋਇਆ ਹੋਵੇ, ਆਪਾਂ ਡਰੈਸਿੰਗ ਨੂੰ ਵੀ ਰਿਮੂਵ ਕਰਦੇ ਹਾਂ, ਉਸ ਟਾਈਮ ਤੇ ਵੀ ਇੱਕ ਵਾਰੀ ਪੇਨ ਹੁੰਦਾ, ਤਾਂ ਅੰਦਰ ਤਾਂ ਅਸੀਂ ਉਹ ਵੀ ਨਹੀਂ ਕਰ ਸਕਦੇ ਕਿ ਅੰਦਰ ਕੁਛ ਥੋੜਾ ਬਹੁਤ ਡਿਟੋਲ ਜਾਂ ਬੀਟਾਡੀਨ ਪਾ ਕੇ ਉਹਨੂੰ ਡੁਪਲੀਕੇਟ ਕਰ ਸਕੀਏ। ਹੁਣ ਇਹ ਪ੍ਰੋਬਲਮ ਦੇ ਵਿੱਚ ਕੀ ਹੁੰਦਾ ਕਿ ਉਹ ਕਹਿੰਦੇ ਜੀ ਇਹਦਾ ਨੀ ਨੂੰ ਰਿਪਲੇਸ ਕਰ ਦਿਓ ਜੀ, ਇੱਕ ਨਵਾਂ ਆਰਟੀਫਿਸ਼ੀਅਲ ਜੋ ਕਾਰਟਿਲੇਜ ਹੈਗਾ ਉਹ ਫਿਕਸ ਕਰ ਦਿਓ ਜੀ। ਉਸ ਤੋਂ ਬਾਅਦ ਤੁਸੀਂ 6 ਮਹੀਨੇ ਐਕਸਰਸਾਈਜ਼ ਕਰੋ, ਦੈਨ ਇਹ ਜੁਆਇੰਟ ਤੁਹਾਡਾ ਮੂਵ ਕਰੇਗਾ। ਬਟ ਉਹਦੇ ਵਿੱਚ ਵੀ ਕਈ ਵਾਰੀ ਜੇ ਕਹੋ ਤਾਂ 100 ਦੇ ਵਿੱਚੋਂ 5-7 ਪੇਸ਼ੈਂਟਾਂ ਨੂੰ ਪ੍ਰੋਬਲਮ ਵੀ ਆ ਜਾਂਦੀ ਹੈ ਕਿ ਸਕਸੈਸਫੁਲ ਨਹੀਂ ਵੀ ਹੁੰਦਾ। ਔਰ ਇਹਦਾ ਲਾਈਵ ਐਗਜ਼ਾਮਪਲ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਲੇਟ ਮਿਸਟਰ ਵਾਜਪਾਈ ਜੀ ਹੈਗੇ, ਜਿਨ੍ਹਾਂ ਨੇ ਆਫਟਰ ਡੂਇੰਗ ਦਿਸ ਨੀ ਰਿਪਲੇਸਮੈਂਟ ਬਾਕੀ ਸਾਰੀ ਲਾਈਫ ਬੜੀ ਮੁਸ਼ਕਿਲ ਨਾਲ ਕੱਢੀ ਹੈਗੀ ਹੈ। ਤਾਂ ਹੁਣ ਨੀ ਰਿਪਲੇਸਮੈਂਟ ਤੋਂ ਬਚਣ ਦੇ ਲਈ ਕੀ ਕਰ ਸਕਦੇ ਹੈਗੇ? ਦੇਖੋ, ਨੀ ਰਿਪਲੇਸਮੈਂਟ ਕੀ ਹੁੰਦੀ ਹੈ? ਇਸ ਜੁਆਇੰਟ ਨੂੰ ਕੱਟਿਆ ਜਾਂਦਾ ਹੈ, ਪਹਿਲਾਂ ਇਹਨੂੰ ਹਟਾਇਆ ਜਾਂਦਾ, ਫਿਰ ਕੱਟਿਆ ਜਾਂਦਾ, ਫਿਰ ਇੱਥੇ ਨਵਾਂ ਕਾਰਟਿਲੇਜ ਫਿਕਸ ਕੀਤਾ ਜਾਂਦਾ ਹੈ ਤਾਂ ਕਿ ਇਹ ਸਪੇਸ ਜਿਹੜਾ ਹੈ ਮੇਨਟੇਨ ਹੋਵੇ। ਤਾਂ ਕੀ ਅਸੀਂ ਇਹ ਸਪੇਸ ਫਿਜ਼ੀਓਥੈਰੇਪੀ ਨਾਲ, ਸਪੈਸਿਫਿਕ ਨੀ ਦੀਆਂ ਐਕਸਰਸਾਈਜ਼ ਕਰਨ ਦੇ ਨਾਲ ਅਗਰ ਅਸੀਂ ਇਹ ਸਪੇਸ ਬਣਾ ਦਈਏ ਤਾਂ ਈਜ਼ੀਲੀ ਟ੍ਰੀਟਮੈਂਟ ਹੋ ਸਕਦਾ ਹੈ, ਇਹਦੇ 'ਚ ਕੋਈ ਦਿੱਕਤ ਨਹੀਂ ਹੈ। ਹੁਣ ਪੇਸ਼ੈਂਟ ਕਿੱਥੇ ਮਾਰ ਖਾ ਜਾਂਦਾ ਹੈ? ਪੇਸ਼ੈਂਟ ਸੋਚਦਾ ਕਿ ਮੈਂ ਮੈਡੀਸਨ ਖਾਵਾਂਗਾ, ਭਾਵੇਂ ਮੈਨੂੰ ਮਹਿੰਗੀ ਮੈਡੀਸਨ ਮਿਲੇ, ਲੇਕਿਨ ਮੈਂ ਐਕਸਰਸਾਈਜ਼ ਨਹੀਂ ਕਰਾਂਗਾ ਜਾਂ ਉਹਨੂੰ ਐਕਸਰਸਾਈਜ਼ ਦੱਸੀ ਨਹੀਂ ਜਾਂਦੀ। ਅਗਰ ਉਹ ਐਕਸਰਸਾਈਜ਼ ਕਰਨਾ ਸ਼ੁਰੂ ਕਰ ਦਿੰਦਾ ਹੈ, ਬਹੁਤ ਸਿੰਪਲ ਐਕਸਰਸਾਈਜ਼ ਹੈਗੀਆਂ, ਮੈਂ ਤੁਹਾਨੂੰ ਸਮਝਾ ਵੀ ਦਿਆਂਗਾ। ਅਸੀਂ ਪੇਸ਼ੈਂਟ ਨੂੰ ਬਕਾਇਦਾ ਪ੍ਰਿੰਟਡ ਚਾਰਟ ਦੇ ਦਿੰਦੇ ਹਾਂ ਕਿ ਤੁਸੀਂ ਇਹ ਐਕਸਰਸਾਈਜ਼ ਕਰਨੀਆਂ ਹੈਗੀਆਂ, ਈਜ਼ੀ ਹੈਗੀਆਂ, ਬਸ ਸੁਬਾਹ ਸ਼ਾਮ ਕਰਨੀਆਂ ਹੈ। ਔਰ ਸਾਡੇ ਮਤਲਬ ਅਗਰ ਕੋਈ ਪੇਸ਼ੈਂਟ ਚਾਹੇ ਤਾਂ ਮੈਂ ਉਹਨਾਂ ਨੂੰ ਟੈਸਟੀਮੋਨੀਅਲ ਦੇ ਸਕਦਾ, ਪੇਸ਼ੈਂਟਸ ਦੇ ਨੰਬਰ ਦੇ ਸਕਦਾ ਜਿਨ੍ਹਾਂ ਨੇ ਸਿਰਫ ਐਕਸਰਸਾਈਜ਼ ਕਰਕੇ ਹੀ ਆਪਣਾ ਟ੍ਰੀਟਮੈਂਟ ਕਰ ਲਿਆ ਹੈਗਾ ਔਰ ਆਪਣੇ ਆਪ ਨੂੰ ਬੜੀ ਅੱਛੀ ਪੋਜੀਸ਼ਨ 'ਚ ਲਿਆ ਹੈ। ਤਾਂ ਆਪਣਾ ਕੰਮ ਕੀ ਹੈ? ਐਕਸਰਸਾਈਜ਼ ਦੇ ਨਾਲ ਇਸ ਜੁਆਇੰਟ ਨੂੰ ਖੋਲ ਦੇਣਾ, ਕਿਉਂਕਿ ਕੋਈ ਵੀ ਮੈਡੀਸਨ ਇਸ ਜੁਆਇੰਟ ਨੂੰ ਨਹੀਂ ਖੋਲ ਸਕਦੀ। ਇਹ ਚੀਜ਼ ਅਸੀਂ ਬਹੁਤ ਮਤਲਬ ਕਿ ਸਟ੍ਰੇਟ ਫਾਰਵਰਡ ਲੋਕਾਂ ਨੂੰ ਸਮਝਾਉਂਦੇ ਹਾਂ ਕਿ ਸੋਚੋ ਤੁਸੀਂ ਕਿ ਇਹ ਦਵਾਈ ਹੈਗੀ ਹੈ ਜੀ ਜਾਦੂ ਕਰ ਦੇਗੀ, ਕੋਈ ਜਾਦੂ ਨਹੀਂ ਹੋਣ ਲੱਗਿਆ। ਕਿਸੇ ਤਰ੍ਹਾਂ ਦਾ ਕੋਈ ਵੀ ਇਹਦੇ ਤੇ ਇਦਾਂ ਦਾ ਕੰਮ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਡਾਕਟਰ ਨੇ ਬਹੁਤ ਮਹਿੰਗੀ ਦਵਾਈ ਦਿੱਤੀ ਹੈ ਤੇ ਹੁਣ ਇਹ ਦਵਾਈ ਜਿਹੜੀ ਹੈਗੀ ਹੈ ਸਾਨੂੰ ਮਿੰਟਾਂ ਦੇ ਵਿੱਚ ਆਰਾਮ ਕਰ ਦੇਗੀ, ਐਸਾ ਕੁਝ ਨਹੀਂ ਹੋਣ ਲੱਗਿਆ। ਇਹ ਡੀਜਨਰੇਸ਼ਨ ਚੇਂਜਸ ਨੂੰ ਰਿਵਰਸ ਕਰਨਾ ਹੈਗਾ, ਤਾਂ ਰਿਵਰਸ ਕਰਨ ਲਈ ਮਿਹਨਤ ਕਰਨੀ ਪਏਗੀ, ਕਸਰਤ ਕਰਨੀ ਪਏਗੀ, ਪਲੱਸ ਆਪਣੀ ਡਾਈਟ ਦੇ ਵਿੱਚੋਂ ਵਾਤ ਵਰਧਕ ਸਮਾਨ ਨੂੰ ਬੰਦ ਕਰਨਾ ਪਏਗਾ। ਡਾਈਟ ਚਾਰਟ ਪੇਸ਼ੈਂਟ ਨੂੰ ਅਸੀਂ ਨਾਲ ਦਿੰਦੇ ਹਾਂ ਕਿ ਇਹ 2 ਚੀਜ਼ਾਂ ਤੁਹਾਡਾ ਟ੍ਰੀਟਮੈਂਟ ਹੈਗਾ। ਜਿਹੜੀ ਮੈਡੀਸਨ ਹੈਗੀ ਹੈ ਉਹ ਤਾਂ ਮੈਂ ਮਜ਼ਾਕ 'ਚ ਕਈ ਵਾਰੀ ਪੇਸ਼ੈਂਟ ਨੂੰ ਕਹਿ ਦਿੰਦਾ ਕਿ ਅਸੀਂ ਪੈਸੇ ਲੈਣ ਵਾਸਤੇ ਦਿੱਤੀ ਹੈ, ਅਦਰਵਾਈਜ਼ ਤਾਂ ਟ੍ਰੀਟਮੈਂਟ ਤੁਹਾਡਾ ਐਕਸਰਸਾਈਜ਼ ਤੇ ਡਾਈਟ ਨਾਲ ਹੀ ਹੋ ਜਾਣਾ ਹੈਗਾ। ਤਾਂ ਮੈਂ ਇੱਥੇ ਪੇਸ਼ੈਂਟਸ ਨੂੰ ਇਹ ਬਾਰ-ਬਾਰ ਇਹ ਗੱਲ ਕਹਿਣਾ ਚਾਹੁੰਦਾ ਕਿ ਅਗਰ ਤੁਸੀਂ ਨੀ ਰਿਪਲੇਸਮੈਂਟ ਕਰਾਉਣਾ ਚਾਹੁੰਦੇ ਹੋ ਤੇ 6 ਮਹੀਨੇ ਬਾਅਦ ਐਕਸਰਸਾਈਜ਼ ਕਰੋਗੇ ਤਾਂ ਇੱਕ ਵਾਰੀ 6 ਮਹੀਨੇ ਟਰਾਈ ਐਕਸਰਸਾਈਜ਼ ਨੂੰ ਦੇ ਦਿਓ, ਦਿਲ ਖੋਲ ਕੇ ਐਕਸਰਸਾਈਜ਼ ਕਰੋ। ਫਿਰ ਮੈਂ ਤੁਹਾਨੂੰ ਜੋ 2-4 ਹਰਬਸ ਦੱਸ ਦਿੰਦਾ, ਫਾਰਮੂਲੇਸ਼ਨ ਦੱਸ ਦਿੰਦਾ, ਉਹ ਤੁਸੀਂ ਯੂਜ਼ ਕਰੋਗੇ, ਤੁਸੀਂ ਦੇਖੋਗੇ ਕਿ ਅਗਰ ਤੁਸੀਂ ਗੋਡੇ ਖੋਲ ਲਏ ਆਪਣਾ ਐਕਸਰਸਾਈਜ਼ ਦੇ ਨਾਲ ਤਾਂ ਉਹਨਾਂ ਹਰਬਸ ਨੇ ਜੋ ਇੰਡੀਅਨ ਹਰਬਸ ਹੈਗੀਆਂ ਬਹੁਤ ਈਜ਼ੀਲੀ ਅਵੇਲੇਬਲ ਹੈਗੀਆਂ, ਤਾਂ ਉਹਨਾਂ ਦੇ ਨਾਲ ਤੁਹਾਡੀ ਇਹ ਜਿਹੜੀ ਗਰੀਸ ਕਹਿੰਦੇ ਆਪਾਂ ਆਮ ਭਾਸ਼ਾ ਦੇ ਵਿੱਚ ਸਾਈਨੋਵੀਅਲ ਫਲੂਇਡ ਹੈਗਾ, ਇਹ ਰੀਡਿਵੈਲਪ ਹੋ ਜਾਏਗਾ। ਇਹ ਰੀਡਿਵੈਲਪ ਹੋ ਗਿਆ, ਤੁਹਾਡਾ ਗੋਡਾ ਸੇਫ ਹੋ ਗਿਆ ਜੀ। ਵੀ ਇਹ ਮੈਂ ਕਹਿੰਦਾ ਕਿ ਪੇਸ਼ੈਂਟ 100% ਇੱਥੇ ਵਾਪਸ ਉਸ ਪੋਜੀਸ਼ਨ 'ਚ ਨਹੀਂ ਜਾਂਦਾ ਤਾਂ 80-90% ਚਲਾ ਜਾਂਦਾ। ਐਟਲੀਸਟ ਨੈਚੁਰਲ ਨੀਜ਼ ਦੇ ਉੱਤੇ ਤਾਂ ਰਹੇਗਾ ਨਾ ਜੀ, ਔਰ ਪੇਨ ਖਤਮ ਹੋ ਜਾਏਗੀ। ਠੀਕ ਹੈ, ਤਾਂ ਪੁਆਇੰਟ ਕੀ ਹੈਗਾ? ਐਕਸਰਸਾਈਜ਼, ਡਾਈਟ, ਇਹ 2 ਇੰਪੋਰਟੈਂਟ ਫੈਕਟਰ ਹੈਗੇ ਜਿਨ੍ਹਾਂ ਨੂੰ ਫੋਲੋ ਕਰਨਾ ਪਏਗਾ। ਮੈਡੀਸਨ ਹੈਗੀ ਹੈ ਬਹੁਤ ਈਜ਼ੀਲੀ ਅਵੇਲੇਬਲ ਹੈਗੀ ਹੈ, ਹਰਬਸ ਬਹੁਤ ਈਜ਼ੀਲੀ ਅਵੇਲੇਬਲ ਹੈਗੀ, ਤੁਸੀਂ ਘਰੇ ਬਣਾ ਕੇ ਵੀ ਖਾ ਸਕਦੇ ਹੈਗੇ। ਜੀ। ਪਰ ਤੁਹਾਡੀ ਜਿਹੜੀ ਗੱਲ ਤੋਂ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਜਿਹੜੀ ਪ੍ਰੈਫਰੈਂਸ ਹੈ ਉਹ ਹੈਗੀ ਹੈ ਐਕਸਰਸਾਈਜ਼ ਤੇ ਡਾਈਟ। ਸਰ ਤੁਸੀਂ ਦੇਖੋ, ਅਗਰ ਗੋਡਾ ਖੋਲ ਹੀ ਨਹੀਂ ਸਕੇ ਤਾਂ ਦਵਾਈ ਕੋਈ ਵੀ ਕੰਮ ਨਹੀਂ ਕਰੇਗੀ, ਤਾਂ ਫਿਰ ਆਪਣੇ ਟ੍ਰੀਟਮੈਂਟ ਸਕਸੈਸ ਮਿਲੇਗੀ ਨਹੀਂ। ਤੇ ਫਾਈਨਲੀ ਪੇਸ਼ੈਂਟ ਕਹੇਗਾ ਜੀ ਮੈਂ ਨੀ ਰਿਪਲੇਸਮੈਂਟ ਕਰਾ ਰਿਹਾ। ਕਿ ਦੋਨੇ ਜਿਹੜੀਆਂ ਪੈਰਲਲ ਹੋਣੀ ਚਾਹੀਦੇ ਨੇ, ਜਿਹੜੀ ਇੱਕ ਡਾਈਟ ਹੈ ਤੇ ਤੁਹਾਡੀ ਜਿਹੜੀ ਐਕਸਰਸਾਈਜ਼ ਹੈ, ਉਹ ਜੇ ਪੈਰਲਲ ਚੱਲਣਗੀਆਂ ਤਾਂ ਈਜ਼ੀਲੀ ਉਹ ਬੰਦਾ ਰਿਕਵਰ ਕਰ ਸਕਦਾ ਹੈ। ਮੇਰੇ ਪੇਸ਼ੈਂਟ ਬਹੁਤ ਰਿਕਵਰ ਹੋਏ ਆ ਸਰ ਇਹਨਾਂ ਦੋਨਾਂ ਚੀਜ਼ਾਂ ਨੂੰ ਫੋਲੋ ਕਰਕੇ। ਬਹੁਤ ਜੋ ਲੋਕੀ ਮਹੀਨੇ ਵਿੱਚ ਜਿਨ੍ਹਾਂ ਦੀ ਹੱਡੀਆਂ ਜੁੜੀਆਂ ਹੋਈਆਂ ਸੀ ਉਹਨਾਂ ਨੇ ਖੋਲੀਆਂ ਹੈਗੀਆਂ ਹੱਡੀਆਂ ਵਿਦ ਦੀ ਹੈਲਪ ਆਫ ਐਕਸਰਸਾਈਜ਼ ਓਨਲੀ। ਬਹੁਤ ਈਜ਼ੀਲੀ ਕੀਤਾ ਉਹਨਾਂ ਨੇ ਕੰਮ ਔਰ ਬਹੁਤ ਖੁਸ਼ ਹੈ। ਤੇ ਐਕਸਰਸਾਈਜ਼ ਕਿਹੜੀਆਂ ਕੁਝ ਦੱਸ ਸਕਦੇ ਹੋ? ਹਾਂ ਸ਼ੋਰ, ਮੈਂ ਥੋੜਾ ਤੁਹਾਨੂੰ ਮੈਂ ਆਪਣਾ ਨਾ ਡੈਮੋ ਕਰਨ ਦੀ ਕੋਸ਼ਿਸ਼ ਕਰਦਾ ਕਿ ਸਮਝ ਸਕੇ। ਦੇਖੋ ਐ ਸਮਝ ਲਓ ਕਿ ਮੇਰੀਆਂ ਜਿਹੜੇ ਹੱਥ ਹੈਗੀਆਂ, ਮੇਰੀਆਂ ਲੈਗਸ ਹੈਗੀਆਂ, ਮੈਂ ਪਿੱਛੇ ਹੋ ਜਾਣਾ ਥੋੜਾ ਜਿਹਾ, ਆਈ ਥਿੰਕ ਉਹ ਵੀ ਈਜ਼ੀਅਰ। ਹੁਣ ਦੇਖ ਪਾ ਰਿਹਾ ਸਾਰਾ ਕੁਝ। ਐ ਸਮਝ ਲਓ ਕਿ ਮੇਰੇ ਹੱਥ ਜਿਹੜੇ ਹੈਗੇ ਮੇਰੇ ਲੈਗਸ ਹੈਗੀਆਂ ਨੇ। ਤਾਂ ਆਪਾਂ ਪਹਿਲੀ ਐਕਸਰਸਾਈਜ਼ ਕੀ ਕਰਦੇ ਆ?
ਆਪਾਂ ਜਦੋਂ ਐਕਸਰਸਾਈਜ਼ ਕਰਨੀ ਹੈ, ਬੇਸਿਕ ਰੂਲ ਕੀ ਹੈਗਾ, ਤੁਹਾਡੀਆਂ ਜਿਹੜੇ ਐਂਕਲ ਹੈਗੇ ਉਹ ਜੁੜੇ ਹੋਣੇ ਚਾਹੀਦੇ ਆ, ਤੇ ਲੱਤਾਂ ਸਿੱਧੀਆਂ ਤੇ ਪਿੱਠ ਸਿੱਧੀ ਹੋਣੀ ਚਾਹੀਦੀ ਹੈ। ਇਹ ਤਿੰਨ ਤੁਹਾਡੀਆਂ ਜਿਹੜੀਆਂ ਐਕਟੀਵਿਟੀਜ਼ ਹੋਣੀਆਂ ਚਾਹੀਦੀਆਂ ਨੇ। ਤੁਸੀਂ ਇਹ ਨਹੀਂ ਕਰ ਸਕਦੇ ਕਿ ਲੱਤਾਂ ਖੋਲ ਕੇ ਐਕਸਰਸਾਈਜ਼ ਕਰੋਗੇ, ਉਹਦੇ ਨਾਲ ਤੁਹਾਡੀਆਂ ਲੱਤਾਂ ਵਿੰਗੀਆਂ ਹੋ ਜਾਣਗੀਆਂ। ਔਰ ਤੁਸੀਂ ਖੜੇ ਵੀ ਜਦੋਂ ਹੋਣਾ, ਉਸ ਟਾਈਮ ਤੇ ਵੀ ਆਪਣੇ ਪੈਰਾਂ ਨੂੰ ਜੋੜ ਕੇ ਖੜੇ ਹੋ, ਤੁਹਾਡੇ ਲੱਤਾਂ ਕਦੇ ਵੀ ਵਿੰਗੀਆਂ ਨਹੀਂ ਹੋਣਗੀਆਂ। ਨੀ ਪੇਨ ਵਾਲੇ ਬੰਦੇ ਨਾਰਮਲੀ ਲੱਤਾਂ ਚੌੜੀਆਂ ਕਰਕੇ ਖੜੀਆਂ ਹੁੰਦੇ ਨੇ, ਸੋ ਦੈਟ ਕਿ ਉਹਨਾਂ ਨੂੰ ਥੋੜਾ ਰਿਲੈਕਸੇਸ਼ਨ ਮਿਲੇ, ਏਰੀਆ ਵੱਧ ਜੇ ਉਹਨਾਂ ਦਾ, ਬਟ ਉਹਦੇ ਨਾਲ ਲੱਤਾਂ ਵਿੰਗੀਆਂ ਹੋ ਜਾਂਦੀਆਂ ਨੇ, ਔਰ ਉਹਨਾਂ ਨੂੰ ਸਿੱਧੇ ਕਰਨ ਵਾਸਤੇ ਫਿਰ ਤੁਹਾਨੂੰ ਆਰਟੀਫਿਸ਼ੀਅਲ ਸਹਾਰੇ ਲੈਣੇ ਪੈਂਦੇ ਆ। ਤਾਂ ਆਪਾਂ ਪਹਿਲੀ ਐਕਸਰਸਾਈਜ਼ ਕੀ ਕਹਿੰਦੇ ਆ ਕਿ ਲੱਤਾਂ ਸਿੱਧੀਆਂ ਕਰੋ ਸੀ, ਔਰ ਆਪਣੇ ਪੰਜਿਆਂ ਨੂੰ ਪੂਰੇ ਜ਼ੋਰ ਨਾਲ ਬਾਹਰ ਖਿੱਚੋ, ਤੇ ਫਿਰ ਆਪਣੇ ਪੰਜਿਆਂ ਨੂੰ ਅੰਦਰ ਨੂੰ ਖਿੱਚੋ। ਅੰਦਰ ਖਿੱਚਦੇ ਹੋਏ ਤੁਸੀਂ ਕਿਸੇ ਰੱਸੀ ਦਾ ਜਾਂ ਕਿਸੇ ਕੱਪੜੇ ਦਾ ਵੀ ਹੈਲਪ ਲੈ ਸਕਦੇ ਹੋ, ਤਾਂ ਕਿ ਤੁਹਾਡੇ ਜਿਹੜੇ ਜੋ ਲੱਤਾਂ ਸਿੱਧੀਆਂ ਹੋਣਗੀਆਂ, ਬਾਹਰ ਤੇ ਅੰਦਰ ਖਿੱਚੋਗੇ ਪੰਜਿਆਂ ਨੂੰ, ਤਾਂ ਤੁਹਾਡੇ ਥਾਈ ਮਸਲ ਜਿਹੜੇ ਹੈਗੇ ਆ ਉਹ ਸਟਰੈਂਥਨ ਹੋਣਗੇ। ਇਹ ਜਿਹੜੀ ਐਕਸਰਸਾਈਜ਼ ਹੈ ਤੁਹਾਡੀ, ਇਹ ਬੈਠ ਕੇ ਕਰਨੀ ਹੈ ਜਾਂ ਬੈਠ ਕੇ ਕਰੋ ਸਰ? ਚੇਅਰ ਤੇ ਬੈਠ ਕੇ ਵੀ ਕਰ ਸਕਦੇ ਹੋ। ਬੈੱਡ ਤੇ ਬੈਠ ਕੇ ਕਰੋ, ਕੋਈ ਪ੍ਰੋਬਲਮ ਨਹੀਂ ਹੈ ਸਰ, ਕਿਉਂਕਿ ਨੀ ਜਿਹਦੇ ਪੇਨ ਹੋ ਰਹੀ ਉਹਨੂੰ ਜ਼ਮੀਨ ਤੇ ਬੈਠਣਾ ਬੰਦੇ ਨੂੰ ਔਖਾ ਹੈਗਾ। ਜਿਸ ਨੂੰ ਵੀ ਜਿੱਦਾਂ ਦਾ ਈਜ਼ੀ ਲੱਗਦਾ ਹੈ, ਪਰ ਮੇਨ ਐਕਸਰਸਾਈਜ਼ ਹੈ ਕਿ ਤੁਹਾਡੇ ਜਿਹੜੇ ਪੈਰ ਨੇ ਉਹ ਏਦਾਂ ਪੈਰ ਬਾਹਰ ਨੂੰ ਜਾਣ, ਫਿਰ ਅੰਦਰ ਖਿੱਚ ਜਾਣ, ਬਾਹਰ ਜਾਣ, ਅੰਦਰ ਖਿੱਚ ਜਾਣ, ਇਹ ਕਰਨਾ ਹੈਗਾ। ਇਹ 20 ਤੋਂ 25 ਵਾਰੀ ਕਰੋ। ਦੈਨ ਸੈਕਿੰਡ ਐਕਸਰਸਾਈਜ਼ ਕੀ ਹੈਗੀ ਹੈ, ਆਪਣੀਆਂ ਜਿਹੜੀਆਂ ਅੱਡੀਆਂ ਨੇ, ਮੈਂ ਤੁਹਾਨੂੰ ਪੈਰਾਂ ਨੂੰ, ਆਪਣੇ ਹੱਥਾਂ ਨੂੰ ਪੈਰ ਮੰਨ ਕੇ ਦੱਸ ਰਿਹਾ, ਅੱਡੀਆਂ ਨੂੰ ਤੁਸੀਂ ਪੂਰਾ ਜ਼ੋਰ ਦੇ ਨਾਲ ਆਪਣੇ ਗੱਦੇ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਬੈਠੇ ਹੋਗੇ ਜ਼ਮੀਨ ਤੇ, ਉਹਦੇ ਵਿੱਚ ਦੱਬਣਾ ਹੈਗਾ, ਨੀਚੇ ਨੂੰ ਧੱਕਣਾ ਹੈ ਅੱਡੀਆਂ ਨੂੰ ਜ਼ੋਰ ਲਾ ਕੇ। ਲੱਤ ਹਮੇਸ਼ਾ ਸਿੱਧੀ, ਹਾਂ, ਅੱਡੀਆਂ ਦੇ ਪ੍ਰੈਸ਼ਰ ਨਾਲ ਨੀਚੇ ਨੂੰ ਦੁਆ ਪਾਣਾ, ਲੱਤ ਸਿੱਧੀ ਤੇ ਜੁੜੀਆਂ ਹੋਈਆਂ। ਇਹਦੇ ਨਾਲ ਤੁਸੀਂ ਦੇਖੋਗੇ ਤੁਹਾਡੇ ਜਿਹੜੇ ਥਾਈ ਮਸਲਸ ਹੈਗੇ ਆ, ਠੀਕ ਹੈ, ਮੈਂ ਹੱਥ ਤਾਂ ਬਾਈ ਸੱਚ ਤੇ ਲਾ ਰਿਹਾ, ਜਿਹੜੇ ਮੇਰੇ ਥਾਈ ਮਸਲਸ ਹੈਗੇ ਆ, ਤਾਂ ਉਹ ਸਟਰੈਂਥਨ ਹੋਣਗੇ, ਔਰ ਉਹੀ ਮੇਰੇ ਜੋੜ ਨੂੰ ਖਿੱਚਣਗੇ ਬਾਹਰ ਨੂੰ, ਖੋਲਣ ਵਾਸਤੇ ਇਹੀ ਕੰਮ ਕਰਨਗੇ, ਰਾਈਟ। ਦੈਨ ਤੁਸੀਂ ਕੀ ਕਰਨਾ, ਤੁਸੀਂ ਲੇਟ ਜਾਣਾ, ਲੇਟ ਕੇ ਆਪਣੇ ਪੈਰ ਨੂੰ 45 ਡਿਗਰੀ ਦੇ ਐਂਗਲ ਤੱਕ ਉੱਪਰ ਚੱਕੋ, ਔਰ ਫਿਰ ਪੰਜਾ ਬਾਹਰ ਖਿੱਚੋ, ਔਰ ਪੰਜੇ ਨੂੰ ਅੰਦਰ ਖਿੱਚੋ, ਬਾਹਰ ਅੰਦਰ ਖਿੱਚਦੇ ਹੋਏ ਤੁਸੀਂ ਸਪੋਰਟ ਲੈ ਸਕਦੇ ਹੋ, ਕਿਸੇ ਕੱਪੜੇ ਦੀ ਜਾਂ ਕਿਸੇ ਹੋਰ ਪਰਸਨ ਦੀ ਵੀ ਹੈਲਪ ਲੈ ਸਕਦੇ ਹੋ। ਦੋਨੇ ਲੱਤਾਂ ਦਾ ਕਰੋ। ਅੱਜ ਕੱਲ ਵੈਸੇ ਐਕਸਰਸਾਈਜ਼ ਵਾਸਤੇ ਜਿਹੜੀਆਂ ਸਟ੍ਰਿੰਗਸ ਆਉਂਦੀਆਂ ਨੇ ਪਲਾਸਟਿਕ ਦੀਆਂ, ਜਿਹੜੀਆਂ ਐਕਸਰਸਾਈਜ਼ ਯੂਜ਼ ਕਰ ਸਕਦੇ ਹੋ ਸਰ, ਉਹ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਅੱਛੀ ਰਹਿੰਦੀਆਂ ਨੇ, ਪਰ ਜੇ ਨਹੀਂ ਹੈਗੀਆਂ ਤਾਂ ਤੁਸੀਂ ਕੱਪੜਾ ਵੀ ਕਰ ਸਕਦੇ ਹੋ। ਹਾਂ, ਠੀਕ ਹੈ। ਦੈਨ ਤੁਸੀਂ ਕੀ ਕਰ ਸਕਦੇ ਹੈਗੇ ਹੋ, ਆਪਣਾ ਇੱਕ ਫੁੱਟਬਾਲ ਦਾ ਜਾਂ ਵਾਲੀਬਾਲ ਦਾ ਬਲੈਡਰ ਮਿਲ ਜਾਂਦਾ ਹੈਗਾ, ਜੋ ਇੰਟਰਨਲ ਪਾਰਟ ਹੁੰਦਾ ਨਾ ਬਲੈਡਰ, ਉਹਦੇ ਵਿੱਚ ਹਵਾ ਭਰੋ, ਔਰ ਆਪਣੇ ਗੋਡੇ ਦੇ ਬਿਲਕੁਲ ਜੁਆਇੰਟ ਦੇ ਨੀਚੇ ਰੱਖ ਲਓ ਜੀ, ਨੀਚੇ ਰੱਖੋ। ਫਿਰ ਗੋਡੇ ਨੂੰ, ਲੱਤਾਂ ਸਿੱਧੀ ਰੱਖਣੀ ਹੈ, ਗੋਡੇ ਦੇ ਜ਼ੋਰ ਨਾਲ ਨੀਚੇ ਨੂੰ ਦਬੋ, ਪ੍ਰੈਸ ਕਰੋ। ਓਕੇ, ਗੋਡੇ ਦੇ ਜ਼ੋਰ, ਜਿਵੇਂ ਆਪਾਂ ਗੋਡਾ ਪੰਜਾਬੀ ਚ ਕਹਿੰਦੇ ਮੜਕਾ ਰਹੇ ਆ ਗੋਡੇ ਨੂੰ, ਤਾਂ ਇਸ ਤਰੀਕੇ ਨਾਲ ਕਰੋ ਦੋਨੇ ਪਾਸੇ, ਇੱਕ ਵਾਰੀ 20 ਵਾਰੀ ਇੱਧਰ, 20 ਵਾਰੀ ਇੱਧਰ, ਰਾਈਟ। ਦੈਨ ਕੀ ਕਰਨਾ, ਉਲਟੇ ਲੇਟ ਜਾਣਾ, ਉਲਟੇ ਲੇਟ ਕੇ ਜਿੱਦਾਂ ਬੱਚੇ ਲੱਤਾਂ ਮਾਰਦੇ ਨੇ ਨਾ ਪਿੱਛੇ, ਬਸ ਆਹ ਲੱਤਾਂ ਚਲਾਓ ਤੁਸੀਂ, ਰਾਈਟ ਜੀ। ਇਹ ਕਰਨਾ ਹੈਗਾ। ਇੱਕ ਹੋਰ ਐਕਸਰਸਾਈਜ਼ ਹੈਗੀ ਹੈ, ਉਹਦੇ ਵਿੱਚ ਤੁਸੀਂ ਕੀ ਕਰਨਾ, ਆਪਣੇ ਸਮਝ ਲਓ ਕਿ ਤੁਹਾਡਾ ਇਹ ਮੇਰਾ ਮੈਂ ਦੇਖ ਪਾ ਰਿਹਾ ਇੱਥੇ, ਇਹ ਮੇਰਾ ਗੋਡਾ ਹੈਗਾ, ਇਹ ਤੋਂ ਨੀਚੇ ਮੇਰਾ ਲੋਅਰ ਲੈਗ ਹੈਗੀ ਹੈ, ਤਾਂ ਤੁਸੀਂ ਇਸ ਉੱਚੀ ਕੁਰਸੀ ਤੇ ਬੈਠ ਜਾਣਾ, ਤਾਂ ਕਿ ਤੁਹਾਡੇ ਪੈਰ ਲਟਕ ਰਹੇ ਹੋਣ। 90 ਡਿਗਰੀ ਦੇ ਨੀਚੇ ਪੈਰ ਲੈ ਕੇ ਆਓ, ਫਿਰ ਆਰਾਮ ਦੇ ਨਾਲ ਪੈਰ 90 ਡਿਗਰੀ ਤੇ ਉੱਪਰ ਲੈ ਕੇ ਜਾਓ, ਫਿਰ ਨੀਚੇ ਲੈ ਕੇ ਆਓ, ਫਿਰ ਉੱਪਰ ਲੈ ਕੇ ਆਓ। 1 ਮਹੀਨਾ ਏਦਾਂ ਕਰੋ। ਆਫਟਰ ਦੈਟ ਤੁਸੀਂ ਥੋੜਾ ਜਿਹਾ weight ਪੈਰ ਦੇ ਉੱਤੇ ਬਣਨਾ ਸ਼ੁਰੂ ਕਰ ਦਿਓ, ਪਾਈਆ, ਅੱਧਾ ਕਿਲੋ, ਐਜ਼ ਪਰ ਯੂਅਰ ਰਿਕੁਆਇਰਮੈਂਟ, ਤੁਸੀਂ ਕਿੰਨਾ ਤੁਸੀਂ ਚੱਕ ਸਕਦੇ ਹੈਗੇ। ਇਹ ਸਿੰਪਲ ਜਿਹੀਆਂ ਐਕਸਰਸਾਈਜ਼ਿਸ ਪਲੱਸ ਸਾਈਕਲਿੰਗ ਅਗਰ ਤੁਸੀਂ ਕਰਨਾ ਸ਼ੁਰੂ ਕਰ ਦੋਗੇ, ਤਾਂ ਤੁਹਾਡੇ ਵਾਸਤੇ ਇਹ ਸਮਝ ਲਓ ਕਿ ਜਿਹੜੀਆਂ ਚੇਂਜਿਸ ਹੋਈਆਂ ਨੇ ਇਹ ਰਿਵਰਸ ਹੋਣੀਆਂ ਸ਼ੁਰੂ ਹੋ ਜਾਣਗੀਆਂ। ਪੌੜੀਆਂ ਨਹੀਂ ਚੜ੍ਹਨਾ, ਅਗਰ ਪੌੜੀ ਚੜ੍ਹਨਾ ਪੈਂਦਾ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਪੁੱਠੇ ਉਤਰੋ, ਪੌੜੀ ਹਮੇਸ਼ਾ ਪੁੱਠੇ ਉਤਰੋਗੇ ਤਾਂ ਗੋਡਿਆਂ ਤੇ ਭਾਰ ਨਹੀਂ ਪਏਗਾ, ਲੇਕਿਨ ਧਿਆਨ ਤੁਸੀਂ ਇਹ ਰੱਖਣਾ ਕਿ ਤੁਹਾਡੇ ਸੱਟ ਨਾ ਲੱਗੇ। ਬੜਾ ਕੇਅਰਫੁਲੀ ਤੁਸੀਂ ਰੇਲਿੰਗ ਨੂੰ ਪਕੜਦੇ ਹੋਏ ਪੁੱਠੇ ਉਤਰ ਕੇ ਵਾਪਸ ਆਓ। ਐਂਡ ਜਦੋਂ ਵੀ ਖੜੇ ਹੋ ਤਾਂ ਗੋਡੇ ਆਪਸ ਜੋੜ ਕੇ, ਪੈਰ ਜੋੜ ਕੇ ਖੜੇ ਹੋ, ਉਹਦੇ ਨਾਲ ਤੁਹਾਡੇ ਗੋਡੇ ਵਿੰਗੇ ਨਹੀਂ ਹੋਣਗੇ। ਇਹ ਸਿੰਪਲ ਐਕਸਰਸਾਈਜ਼ ਅਗਰ ਤੁਸੀਂ ਕਰਦੇ ਹੈਗੇ ਹੋ ਤਾਂ ਤੁਸੀਂ ਦੇਖੋਗੇ ਵਿਦਿਨ 1 ਮੰਥ ਔਰ 2 ਮੰਥ ਤੁਹਾਡੀ ਪੇਨ ਰਿਲੀਫ ਹੋ ਜਾਏਗੀ। ਹਾਂ, ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਨੋਟਿਸ ਕਰਾ ਦਿਆਂ ਕਿ ਜਦੋਂ ਵੀ ਤੁਸੀਂ ਐਕਸਰਸਾਈਜ਼ ਸਟਾਰਟ ਕਰੋਗੇ, ਪਹਿਲੇ 5-4 ਦਿਨ ਤੁਹਾਡੇ ਪੇਨ ਹੋ ਸਕਦੀ ਹੈ। ਉਹਦਾ ਰੀਜ਼ਨ ਹੈ ਹੱਡੀਆਂ ਜੁੜੀਆਂ ਹੋਈਆਂ ਜਦੋਂ ਖੁੱਲਣੀਆਂ ਸ਼ੁਰੂ ਹੋਣਗੀਆਂ ਤਾਂ ਉੱਥੇ ਪੇਨ ਹੋਣ ਦੀ ਸੰਭਾਵਨਾ ਹੁੰਦੀ ਹੈ। ਦੈਟ ਇਜ਼ ਅ ਟੈਂਪਰੇਰੀ ਇਸ਼ੂ। ਇੱਕ ਅੱਧਾ ਪੇਨ ਕਿਲਰ ਕਦੇ ਲੈਣਾ ਹੈਗਾ ਲੈ ਲਓ, ਲੇਕਿਨ ਜ਼ਿਆਦਾ ਪੇਨ ਕਿਲਰ ਖਾਣ ਦੀ ਲੋੜ ਨਹੀਂ ਹੈਗੀ। ਪਰ ਮੇਰੇ ਖਿਆਲ ਦੇ ਵਿੱਚ ਸੁਨੀਲ ਜੀ, ਇਹ ਜੋ ਤੁਸੀਂ ਦੱਸ ਰਹੇ ਹੋ ਕਿ ਨਾ ਸਟਾਰਟਿੰਗ 'ਚ ਪੇਨ ਹੁੰਦੀ ਹੈ ਜੀ, ਜਦੋਂ ਆਪਾਂ ਐਕਸਰਸਾਈਜ਼ ਸਟਾਰਟ ਕਰਦੇ ਹਾਂ ਇਸ ਵਾਸਤੇ ਪੇਨ ਵਾਸਤੇ, ਤਾਂ ਕਾਫੀ ਲੋਕ ਨੇ ਜਿਹੜੇ ਕਿ ਉਹ ਉਸ ਪੇਨ ਦੇ ਵਿੱਚ ਹੀ ਦੁਬਾਰਾ
ਉਹ ਐਕਸਰਸਾਈਜ਼ ਛੱਡ ਦਿੰਦੇ ਨੇ। ਮੈਂ ਇਸ ਲਈ ਉਹ ਪੁਆਇੰਟ ਨੋਟਿਸ ਲੈ ਕੇ ਆਉਂਦਾ ਜੀ, ਕਿਉਂਕਿ ਸਾਨੂੰ ਲੋਕੀ ਫੋਨ ਕਰਕੇ ਕਹਿੰਦੇ ਆ ਕਿ ਜੀ ਪੇਨ ਹੋਣੀ ਸ਼ੁਰੂ ਹੋ ਗਈ, ਤਾਂ ਅਸੀਂ ਉਹਨਾਂ ਨੂੰ ਫਿਰ ਨਾ ਵਾਕਅਪ ਕਰਨ ਵਾਸਤੇ, ਮੋਟੀਵੇਟ ਕਰਨ ਵਾਸਤੇ ਕਹਿੰਦੇ ਇਟਸ ਫॉर ਗੁੱਡ, ਅੱਛਾ ਹੈ, ਪੇਨ ਹੋ ਰਹੀ ਹੈ ਮਤਲਬ ਹੱਡੀ ਖੁੱਲ ਰਹੀ ਹੈ, ਵਰਕ ਕਰ ਰਿਹਾ ਤੇ ਹਾਂ, ਤਾਂ ਉਹਦੇ ਨਾਲ ਪੇਸ਼ੈਂਟ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਤੇ ਉਹ ਬੰਦਾ ਐਕਸਰਸਾਈਜ਼ ਕਰਦਾ ਰਹਿੰਦਾ ਐਂਡ ਆਫਟਰ 1 ਮੰਥ ਉਹ ਕਹਿੰਦਾ ਸਰ ਪਹਿਲੇ 5-4 ਦਿਨ ਹੋਈ ਸੀ ਤੇ ਉਸ ਤੋਂ ਬਾਅਦ ਤਾਂ ਠੀਕ ਹੋ ਗਈ ਹੈ। ਦੂਜੀ ਹਰਡਲ ਜਿਹੜੀ ਇਸ ਪ੍ਰੋਬਲਮ ਦੇ ਵਿੱਚ ਆਉਂਦੀ ਹੈ ਉਹ ਹੈ ਤੁਹਾਡਾ weight। ਅਗਰ ਤੁਹਾਡਾ weight ਜ਼ਿਆਦਾ ਹੈਗਾ ਤਾਂ ਫਿਰ ਤੁਹਾਡੇ ਲਈ ਪ੍ਰੋਬਲਮ ਹੈਗੀ ਹੈ ਕਿ ਤੁਸੀਂ ਇਸ ਚੀਜ਼ ਨੂੰ ਕਿਵੇਂ ਰਿਕਵਰ ਕਰੋਗੇ, ਕਿਉਂਕਿ ਇੱਕ ਬੋਡੀ ਦਾ weight ਇੱਕ ਨੋਰਮਲ weight ਗੋਡੇ ਚੱਕ ਸਕਦੇ ਆ, ਤੇ ਅਗਰ ਉਹ ਬਿਮਾਰ ਹੈਗੇ ਆ ਜਾਂ ਉੱਥੇ ਫਲੂਇਡ ਘਟ ਗਿਆ ਜਾਂ ਸੁੱਕ ਗਿਆ ਤਾਂ ਉਹਨਾਂ ਵਾਸਤੇ ਹੋਰ ਦਿੱਕਤ ਹੋ ਜਾਏਗੀ। ਤਾਂ weight ਨੂੰ ਵੀ ਘਟਾਉਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਇਹਦੇ ਵਾਸਤੇ ਹੁਣੇ ਇੱਕ, ਕਿਉਂਕਿ ਕਈ ਵਾਰੀ ਮਾਈਂਡ ਚੋਂ ਗੱਲ ਕਰਦੇ ਦਿਮਾਗ ਚੋਂ ਨਿਕਲ ਜਾਂਦੀ ਹੈ ਗੱਲ, ਇੱਕ ਮੈਂ ਤੁਹਾਨੂੰ ਨੁਸਖਾ ਇੱਥੇ ਬਹੁਤ ਹੀ ਸਿੰਪਲ ਜਿਹਾ ਨੁਸਖਾ ਹੈਗਾ ਦੱਸ ਦਿੰਦਾ। ਜਿਨ੍ਹਾਂ ਲੋਕਾਂ ਦਾ ਵੀ weight ਵਧਿਆ ਤੇ ਗੋਡੇ ਖਰਾਬ ਹੈਗੇ ਆ ਜਾਂ ਗੋਡੇ ਰਿਪਲੇਸ ਹੋਣੇ ਆ, ਉਹਨਾਂ ਵਾਸਤੇ ਇੱਕ ਹਰਬ ਹੁੰਦੀ ਹੈ ਜਿਹਦਾ ਨਾਮ ਹੈ ਵਿਜੇ ਸਾਰ। ਵਿਜੇ ਸਾਰ ਇਹਦਾ ਨਾਮ ਹੈ, ਤੇ ਵਿਜੇ ਸਾਰ ਦਾ ਲੱਕੜੀ ਵੀ ਮਿਲਦੀ ਹੈ, ਗਲਾਸ ਵੀ ਮਿਲ ਜਾਂਦਾ, ਔਰ ਵਿਜੇ ਸਾਰ ਦਾ ਬੁਰਾਦਾ ਮਿਲ ਜਾਂਦਾ ਹੈ। ਜਦੋਂ ਆਪਾਂ ਲੱਕੜੀ ਨੂੰ ਰੰਦਾ ਲਾਉਂਦੇ ਹਾਂ ਨਾ ਤਾਂ ਬੁਰਾਦਾ ਮਿਲ ਜਾਂਦਾ ਹੈ। ਆਪਾਂ ਇਸ ਪ੍ਰੋਬਲਮ ਵਾਸਤੇ ਬੁਰਾਦਾ ਲੈਣਾ ਹੈ। ਵਿਜੇ ਸਾਰ ਦਾ ਬੁਰਾਦਾ 6 ਗ੍ਰਾਮ ਕੰਚ ਦੇ ਗਲਾਸ ਦੇ ਵਿੱਚ ਹੀ ਭਿਉਣਾ ਹੈ, ਇਹ ਯਾਦ ਰੱਖਿਓ। ਕੰਚ ਦੇ ਗਲਾਸ ਦੇ ਵਿੱਚ ਸ਼ਾਮੀ 6 ਵਜੇ ਇਸ ਬੁਰਾਦੇ ਨੂੰ ਤੁਸੀਂ 6 ਗ੍ਰਾਮ ਬੁਰਾਦਾ, 6 ਦਾ 8 ਗ੍ਰਾਮ ਪੈ ਜੇ ਕੋਈ ਨੁਕਸਾਨ ਨਹੀਂ ਹੈ, ਵਧੀਆ ਹੈਗਾ। ਔਰ 6 ਗ੍ਰਾਮ ਬੁਰਾਦਾ ਸ਼ਾਮ ਨੂੰ ਭਿਉਂ ਦਿਓ ਔਰ ਸਵੇਰੇ ਉਸ ਬੁਰਾਦੇ ਨੂੰ ਛਾਣ ਲਓ। ਛਾਣਨ ਤੋਂ ਬਾਅਦ ਬੁਰਾਦਾ ਸਿੱਟ ਦਿਓ, ਪਾਣੀ ਬੈਠ ਕੇ ਪੀ ਲਓ। ਅਗਰ ਸਰਦੀ ਹੈ ਤਾਂ ਤੁਸੀਂ ਇਸ ਪਾਣੀ ਨੂੰ ਗਰਮ ਵੀ ਕਰ ਸਕਦੇ ਹੋ, ਕੋਈ ਇਹਦੇ ਵਿੱਚ ਉਹ ਨਹੀਂ ਹੈ ਕਿ ਪਾਣੀ ਗਰਮ ਨਹੀਂ ਕਰਨਾ, ਪਾਣੀ ਗਰਮ ਕਰਕੇ ਪੀ ਸਕਦੇ ਹੈਗੇ ਹੋ। ਤੇ ਇਸ ਦੁਬਾਰਾ ਫਿਰ ਉਸੇ ਟਾਈਮ ਬੁਰਾਦਾ ਭਿਓ ਦਿਓ ਸੇਮ ਮਾਤਰਾ ਦਾ, ਔਰ ਸ਼ਾਮ ਨੂੰ ਪੀ ਲਓ। ਇਹ ਸਵੇਰੇ ਸ਼ਾਮ ਇਹ ਬੁਰਾਦਾ ਪੀਂਦੇ ਰਹੋਗੇ 3 ਮਹੀਨੇ ਦੇ ਵਿੱਚ, ਤੇ ਸਵੇਰੇ ਸ਼ਾਮ ਇਹ ਬੁਰਾਦਾ ਪੀਓ। 3 ਮਹੀਨੇ ਦੇ ਵਿੱਚ ਤੁਸੀਂ ਦੇਖੋਗੇ ਕਿ ਤੁਹਾਡੀ ਜਿਹੜੀ ਹੈ weight ਵੀ ਘਟ ਗਿਆ, ਪਲੱਸ ਤੁਹਾਡੇ ਗੋਡੇ ਵੀ ਮੂਵ ਹੋ ਰਹੇ ਆ, ਕਿਉਂਕਿ ਇਹ ਬੁਰਾਦਾ ਮਲਟੀਟਾਸਕਿੰਗ ਕਰਦਾ ਹੈ। ਇਹ ਕੀ ਕੰਮ ਕਰਦਾ ਹੈ? ਇਹ ਤੁਹਾਡੇ ਗੋਡਿਆਂ ਨੂੰ ਚਲਾਉਂਦਾ ਹੈ, ਇਹ ਤੁਹਾਡੇ weight ਨੂੰ ਘਟਾਉਂਦਾ ਹੈ, ਇਹ ਤੁਹਾਡੇ ਕੋਲੈਸਟਰੋਲ ਘਟਾਉਂਦਾ ਹੈ, ਇਹ ਤੁਹਾਡੀ ਡਾਇਬਟੀਜ਼ ਨੂੰ ਵੀ ਨਾਰਮਲ ਕਰਦਾ ਹੈ। ਮਤਲਬ ਇੱਕ ਇੰਨਾ ਪਾਵਰਫੁਲ ਟੂਲ ਹੈਗਾ ਜਿਹਨੂੰ ਅਸੀਂ ਨਾਰਮਲੀ ਸਿੱਟ ਦਿੰਦੇ ਹਾਂ ਕਿ ਕੀ ਜ਼ਰੂਰਤ ਹੈਗੀ, ਲੱਕੜੀ ਤਾਂ ਹੈ ਜੀ। ਤਾਂ ਇਸ ਚੀਜ਼ ਦਾ ਤੁਸੀਂ ਯੂਜ਼ ਕਰ ਸਕਦੇ ਹੋ, ਤੁਹਾਨੂੰ ਆਰਾਮ ਨਾਲ ਮਿਲ ਜਾਏਗਾ ਇਹ ਸਮਾਨ ਜੀ। ਤੇ ਸਰ ਇਹਦੀ ਮੈਡੀਸਨ ਕੋਈ ਮੈਡੀਸਨ ਵੀ ਹੈ? ਵੈਸੇ ਤਾਂ ਆਪਾਂ ਹਮੇਸ਼ਾ ਆਪਣਾ ਜਿਹੜਾ ਮੇਨ ਪ੍ਰੋਗਰਾਮ ਇਹੀ ਹੈ ਕਿ ਲੋਕਾਂ ਨੂੰ ਘਰ ਬੈਠੇ ਇਲਾਜ ਹੋ ਜੇ ਨਾ, ਤੇ ਉਹਨਾਂ ਨੂੰ ਘਰ ਜਿਹੜੀਆਂ ਚੀਜ਼ਾਂ ਅਵੇਲੇਬਲ ਹੈਗੀਆਂ ਨੇ ਜਾਂ ਐਕਸਰਸਾਈਜ਼ ਉਹ ਘਰ ਕਰਕੇ ਆਪਣੀ ਪ੍ਰੋਬਲਮ ਨੂੰ ਠੀਕ ਕਰ ਦਿੰਦੇ। ਦੇਖੋ ਸਰ, ਐਕਸਰਸਾਈਜ਼ ਆਪਾਂ ਐਡਵਾਈਸ ਕਰ ਦਿੱਤੀ ਹੈਗੀ। ਸੈਕਿੰਡ ਨੰਬਰ ਤੇ ਇਹਦੇ ਵਾਸਤੇ ਜ਼ਰੂਰੀ ਹੁੰਦਾ ਡਾਈਟ। ਡਾਈਟ ਦੇ ਵਿੱਚ ਤੁਸੀਂ ਚਾਵਲ, ਦਹੀਂ, ਲੱਸੀ ਬਿਲਕੁਲ ਨਹੀਂ ਲੈਣੀ। ਦੁੱਧ ਰਾਤ ਨੂੰ ਨਹੀਂ ਪੀਣਾ। ਅਗਰ ਦੁੱਧ ਪੀਣਾ ਤਾਂ ਈਵਨਿੰਗ 6 o'clock ਤੱਕ ਪੀ ਲਓ। ਲੇਟ ਈਵਨਿੰਗ ਦੁੱਧ ਨਹੀਂ ਪੀਣਾ, ਉਹ ਫਿਰ ਬਾਏ ਕਰੇਗਾ। ਬੈਟਰ ਹੈਗਾ 6 ਵਜੇ ਤੱਕ ਦੁੱਧ ਪੀ ਲਓ। ਦੈਨ ਤੁਸੀਂ ਮਾਹਾਂ ਦੀ ਦਾਲ, ਰਾਜਮਾ, ਇਹ ਚੀਜ਼ਾਂ ਨਹੀਂ ਖਾਣੀਆਂ। ਆਟਾ ਮਲਟੀਗ੍ਰੇਨ ਖਾਣਾ ਹੈ। ਮਾਰਨਿੰਗ ਦੇ ਵਿੱਚ ਤੁਸੀਂ ਫਰੂਟਸ ਖਾਓ। ਅਲਸੀ ਨੂੰ ਰੋਸਟ ਕਰਕੇ 1 ਚਮਚਾ ਜਾਂ ਅੱਧਾ ਚਮਚਾ ਅਲਸੀ ਦਾ ਲੈ ਸਕਦੇ ਹੋ। ਗਰਮੀਆਂ ਦੇ ਵਿੱਚ ਅਲਸੀ ਨਹੀਂ ਲੈਣੀ ਹੈਗੀ। ਐਂਡ ਅਗਰ ਤੁਹਾਡਾ ਯੂਰਿਕ ਐਸਿਡ ਨਹੀਂ ਵਧਿਆ ਹੋਇਆ, ਇਨ ਕੇਸ ਤੁਹਾਡਾ ਯੂਰਿਕ ਐਸਿਡ ਨਹੀਂ ਵਧਿਆ ਹੋਇਆ, ਤਾਂ ਤੁਸੀਂ ਪਨੀਰ ਖਾ ਸਕਦੇ ਹੋ ਜਾਂ ਨਾਨ ਵੈਜ ਵੀ ਖਾ ਸਕਦੇ ਹੋ, ਕਿਉਂਕਿ ਪ੍ਰੋਟੀਨ ਇਹਦੇ ਵਿੱਚ ਵਧੀਆ ਕੰਮ ਕਰੇਗਾ। ਲੇਕਿਨ ਅਗਰ ਯੂਰਿਕ ਐਸਿਡ ਵਧਿਆ ਹੋਇਆ ਤਾਂ ਫਿਰ ਤੁਹਾਨੂੰ ਨਾਨ ਵੈਜ ਤੋਂ ਵੀ ਪਰਹੇਜ਼ ਕਰਨਾ ਪਏਗਾ ਤੇ ਪਨੀਰ ਦਾ ਵੀ ਪਰਹੇਜ਼ ਕਰਨਾ ਪਏਗਾ ਜੀ। ਰਾਈਟ। ਆਟਾ ਮਲਟੀਗ੍ਰੇਨ ਖਾਣਾ ਹੈਗਾ, ਉਹਦੇ ਵਿੱਚ ਬੜਾ ਹੈਲਪ ਹੁੰਦੀ ਹੈ। ਬਾਜਰਾ, ਜੌਂ, ਜਵਾਰ, ਠੀਕ ਹੈ ਜੀ। ਇਹਨਾਂ ਨੂੰ 20% ਐਡ ਕਰਕੇ ਇਸ ਦੀ ਤੁਸੀਂ ਰੋਟੀ ਖਾਓ। ਇਹਦੇ ਨਾਲ weight ਵੀ ਚੈੱਕ ਰਹੇਗਾ, ਪਲੱਸ ਤੁਹਾਡੀਆਂ ਨਿਊਟ੍ਰੀਸ਼ਨਸ ਵੀ ਮਿਲਦੀਆਂ ਜਾਣਗੀਆਂ। ਤਾਂ ਬਾਏ ਵਾਲਾ ਖਾਣਾ ਬਿਲਕੁਲ ਜ਼ੀਰੋ। ਮੈਂ ਅਕਸਰ ਪੇਸ਼ੈਂਟ ਨੂੰ ਕਹਿਣਾ ਹੁੰਦਾ ਕਿ ਚਾਵਲ, ਰਾਜਮਾ, ਮਾਂ ਦੀ ਦਾਲ ਇਹ ਤਾਂ ਗੁਆਂਢ 'ਚ ਵੀ ਨਾ ਬਣਨ ਦਿਓ। ਆਪਦੇ ਘਰ ਤਾਂ ਕੀ ਖਾਣਾ ਤੁਸੀਂ। ਤਾਂ ਅਗਰ ਤੁਸੀਂ ਜੇ ਤੁਹਾਨੂੰ ਇਹ ਜੁਆਇੰਟ ਪੇਨ ਹੋ ਰਹੇ ਹੈਗੇ, ਦੈਨ ਯੂ ਸ਼ੁਡ ਟੇਕ ਕੇਅਰ ਆਫ ਦੈਟ। ਪਲੱਸ ਆਪਾਂ ਮੈਡੀਸਨ ਦੀ ਤੁਸੀਂ ਗੱਲ ਕਰ ਰਹੇ ਹੋ। ਮੈਡੀਸਨ ਦੇ ਵਿੱਚ ਇੱਕ ਤਾਂ ਮੈਡੀਸਨ ਬੜਾ ਮੇਰੇ ਖਿਆਲ ਨਾਲ ਲੋਕਾਂ ਨੂੰ ਪਤਾ ਵੀ ਹੈ, ਹਾਰ ਸ਼ਿੰਗਾਰ ਦੇ ਪੱਤੇ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਚਟਨੀ ਦੀ ਤਰ੍ਹਾਂ ਕੁੱਟ ਕੇ, 1 ਚਮਚਾ ਚਟਨੀ ਦੀ ਤਰ੍ਹਾਂ ਕੁੱਟ ਕੇ ਰਾਤ ਨੂੰ ਪਾਣੀ 'ਚ ਭਿਉਂ ਦਿਓ ਤੇ ਸਵੇਰੇ ਉੱਠ ਕੇ ਪਾਣੀ ਪੀ ਸਕਦੇ ਹੋ। ਬੜੇ ਕੌੜੇ ਹੁੰਦੇ ਆ, ਬਟ ਕੌੜੇ ਹੋਣ ਤਾਂ ਕੀ ਹੋਇਆ, ਇਲਾਜ ਹੋ ਜਾਂਦਾ ਹੈਗਾ। ਚੂਨਾ ਜਿਹੜਾ ਹੈਗਾ, ਜਿਹੜਾ ਆਪਾਂ ਪਾਨ ਤੇ ਲਾ ਕੇ ਖਾਂਦੇ ਹਾਂ, ਕਣਕ ਦੇ ਦਾਣੇ ਦਾ, ਅੱਧੇ ਕਣਕ ਦੇ ਦਾਣੇ ਜਿੰਨਾ, ਉਹਨੂੰ ਤੁਸੀਂ ਸਬਜ਼ੀ ਨਾਲ, ਰੋਟੀ ਨਾਲ, ਕਿਸੇ ਵੀ ਤਰੀਕੇ ਨਾਲ ਖਾ ਸਕਦੇ ਹੈਗੇ। ਕੱਲਾ ਨਹੀਂ ਖਾਣਾ, ਕਿਉਂਕਿ ਜੀਭ ਨੂੰ ਖਰਾਬ ਕਰ ਸਕਦਾ ਹੈਗਾ। ਕਿੰਨੇ ਵਾਰ ਦਿਨ 'ਚ ਕਿੰਨੇ ਵਾਰ ਲੈਣਾ?
वन टाइम ओनली, बहुत घट। ਹਾਰ ਸ਼ਿੰਗਾਰ ਦੀ ਸਭ ਤੋਂ ਜਿਹੜੀ ਮੇਰੇ ਖਿਆਲ 'ਚ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਮਿਲਦਾ ਨਹੀਂ, ਜਾਂ ਉਹਨਾਂ ਨੂੰ ਕੋਈ ਪਹਿਚਾਣ ਨਹੀਂ ਹੈਗੀ ਉਸ ਚੀਜ਼ ਦੀ। ਉਹਦੇ ਬਾਰੇ ਥੋੜੀ ਦੱਸੋ। ਟਾਈਮ ਘੱਟ ਹੈ ਆਪਣੇ ਕੋਲੇ, ਪਰ ਫਿਰ ਵੀ ਹਾਰ ਸ਼ਿੰਗਾਰ ਦੇਖੋ ਸਰ, ਹਾਰ ਸ਼ਿੰਗਾਰ ਤੇ ਫੁੱਲਾਂ ਦਾ ਦੱਸ ਦਿੰਦਾ। ਹਾਰ ਸ਼ਿੰਗਾਰ ਦੇ ਫੁੱਲ ਇੰਨੇ ਵਧੀਆ, ਤੁਸੀਂ ਅਗਰ ਚਮੇਲੀ ਦੇ ਫੁੱਲ ਦੇਖੇ ਹੋਣਗੇ ਜੋ ਵਾਈਟ ਜਿਹੀ ਕਲੀਆਂ ਹੁੰਦੀਆਂ ਨੇ, ਸੇਮ ਉਦਾਂ ਦੇ ਹਾਰ ਸ਼ਿੰਗਾਰ ਦੇ ਫੁੱਲ ਹੁੰਦੇ ਆ, ਬਹੁਤ ਡੈਲੀਕੇਟ ਹੁੰਦੇ ਹੈਗੇ, ਔਰ ਅੰਦਰੋਂ ਕੇਸਰ ਟਾਈਪ ਦਾ, ਜਿੱਦਾਂ ਦਾ ਤੁਸੀਂ ਇਹ ਲਗਾਇਆ ਨਾ ਆਪਣਾ, ਜਿੱਥੇ ਸਕਰੋਲ ਚੱਲ ਰਿਹਾ ਜਿਹੜਾ ਬੈਕ ਕਲਰ ਹੈਗਾ ਔਰੇਂਜ ਆ, ਇਹ ਕਲਰ ਦੇ ਫੁੱਲ ਦੇ ਵਿੱਚ ਹੁੰਦੀ ਹੈ ਲਾਈਨ। ਔਰ ਉਹਨਾਂ ਦਾ ਸਭ ਤੋਂ ਹੋਰ ਵੱਡੀ ਪਹਿਚਾਣ ਕੀ ਹੈ ਕਿ ਇਹ ਨਾ ਰਾਤ ਨੂੰ ਆਪਣੇ ਆਪ ਗਿਰ ਜਾਂਦੇ ਆ। ਤੁਸੀਂ ਜਰਾ ਸਾ ਵੀ ਵੈਸੇ ਵੀ ਟੱਚ ਕਰ ਦੋ ਨਾ ਪੇੜ ਨੂੰ ਤਾਂ ਸਾਰੇ ਫੁੱਲ ਨੀਚੇ ਆ ਜਾਂਦੇ ਆ, ਔਰ ਰਾਤ ਨੂੰ ਤਾਂ ਇਹ ਫੁੱਲ ਗਿਰੇ ਹੁੰਦੇ ਆ। ਔਰ ਇਹਨਾਂ ਫੁੱਲਾਂ ਦੀ ਖੁਸ਼ਬੂ ਇੰਨੀ ਵਧੀਆ ਹੁੰਦੀ ਹੈ ਕਿ ਦੁਨੀਆ ਦਾ ਕੋਈ ਵੀ ਪਰਫਿਊਮ ਇਹਨਾਂ ਦੇ ਸਾਹਮਣੇ ਮਤਲਬ ਪਿੱਛੇ ਰਹਿ ਜਾਂਦਾ ਹੈਗਾ, ਐਡੀ ਪਿਆਰੀ ਖੁਸ਼ਬੂ ਦਿੰਦੇ ਹੈਗੇ ਆ ਫੁੱਲ। ਤੇ ਇਹਦੇ ਪੱਤੇ ਤੁਸੀਂ ਕੁੱਟ ਕੇ ਚਟਨੀ ਬਣਾ ਕੇ ਲੈਣੇ ਹੁੰਦੇ ਆ। 3 ਕੁ ਮਹੀਨਿਆਂ ਦੇ ਵਿੱਚ ਤੁਸੀਂ ਇਹ ਕੋਰਸ ਕਰੋਗੇ, 3 ਮਹੀਨਿਆਂ ਦੇ ਵਿੱਚ ਠੀਕ ਹੋ ਜਾਂਦਾ ਹੈ। ਲੇਕਿਨ ਤੁਹਾਨੂੰ ਥੋੜੀ ਆਇਲਿੰਗ ਵੀ ਕਰਨੀ ਪਏਗੀ, ਕਿਉਂਕਿ ਲੁਬਰੀਕੇਸ਼ਨ ਘਟੀ ਹੈ। ਜਿਵੇਂ ਹੁਣ ਅਸੀਂ ਆਮ ਪਾਤ ਦੀ ਗੱਲ ਕੀਤੀ ਸੀ, ਆਮ ਪਾਤ ਦੇ ਵਿੱਚ ਅਸੀਂ ਆਇਲਿੰਗ ਨਹੀਂ ਕਰਵਾਉਂਦੇ ਕਿਉਂਕਿ ਉੱਥੇ ਲੁਬਰੀਕੇਸ਼ਨ ਨਹੀਂ ਘਟੀ ਹੋਈ। ਉੱਥੇ ਅਸੀਂ ਜਦੋਂ ਸੇਕ ਵੀ ਦਿੰਦੇ ਆ ਤਾਂ ਸ਼ੁਸ਼ਕ ਸਵੇਦ ਕਹਿੰਦੇ ਆ ਅਸੀਂ, ਸੁੱਕਾ ਸੇਕ, ਜਿਵੇਂ ਨਮਕ ਦਾ ਜਾਂ ਬਾਲੂ ਰੇਤੇ ਦਾ ਜਾਂ ਇੱਟ ਦਾ ਜਾਂ ਲੋਗੜ ਦਾ, ਏਦਾਂ ਦੇ ਸੇਕ ਦਿੰਦੇ ਆ। ਇਹਦੇ ਵਿੱਚ ਨਹੀਂ, ਇਹਦੇ ਵਿੱਚ ਅਸੀਂ ਅਲੱਗ ਸੇਕ ਦਿੰਦੇ ਹੈਗੇ ਆ। ਇੱਕ ਚੀਜ਼ ਹੋਰ ਮੈਂ ਤੁਹਾਨੂੰ 2 ਚੀਜ਼ਾਂ ਹੋਰ ਦੱਸ ਦਿੰਦਾ, ਅੱਜ ਮੇਰਾ ਵੀ ਯਾਦ ਆਈ ਜਾ ਰਿਹਾ ਤਾਂ ਮੈਂ ਦੱਸੀ ਜਾ ਰਿਹਾ ਤੁਹਾਨੂੰ। ਇੱਕ ਤਾਂ ਅਖਰੋਟ ਬੜੇ ਇਫੈਕਟਿਵ ਹੈਗੇ, ਰਾਤ ਨੂੰ ਭਿਉਂ ਦਿਓ 3-4 ਗਿਰੀਆਂ ਅਖਰੋਟ ਦੀਆਂ, ਇਹਨੂੰ ਤੁਸੀਂ ਉਹਦੇ ਵਿੱਚ ਕਰ ਸਕਦੇ ਹੈਗੇ ਹੋ। ਸਵੇਰੇ ਉੱਠ ਕੇ ਪਾਣੀ ਅਖਰੋਟ ਪੀਂਦੇ ਹੋਏ ਖਾ ਲਓ। ਤੁਸੀਂ ਜਿਹੜਾ ਸੇਕ ਦੇਣਾ ਹੈਗਾ, ਮੈਂ ਤੁਹਾਨੂੰ ਇੱਕ ਐਸੀ ਚੀਜ਼ ਦੱਸਣ ਲੱਗਿਆ ਜਿਹੜੀ ਅਕਸਰ ਇਹ ਦੱਸੀ ਨਹੀਂ ਜਾਂਦੀ, ਲੇਕਿਨ ਤੁਹਾਨੂੰ ਦੱਸ ਰਿਹਾ ਤਾਂ ਇਹ ਚੀਜ਼ ਸ਼ਾਇਦ ਇਹਦਾ ਫਾਇਦਾ ਹੋ ਜਾਏ। ਇਹ ਇੱਕ ਇੱਦਾਂ ਦਾ ਸੇਕ ਹੈਗਾ ਜਿਹਨੂੰ ਅਸੀਂ ਸੋਨਾ ਬਾਥ ਵੀ ਕਹਿ ਸਕਦੇ ਹੈਗੇ। 4 ਤਰ੍ਹਾਂ ਦੇ ਪੱਤੇ ਲੈਣੇ, ਮੈਂ ਤਾਂ ਇਹਦਾ ਪ੍ਰੋਸੀਜਰ ਸਮਝਾ ਦਿੰਦਾ, ਬੜੇ ਆਸਾਨੀ ਨਾਲ ਸਮਝ ਜਾਓਗੇ। 4 ਤਰ੍ਹਾਂ ਦੇ ਪੱਤੇ ਲੈਣੇ ਆ। ਅਸਗੰਧ ਦੇ ਪੱਤੇ, ਦੈਨ ਅਮਰਬੇਲ, ਮੈਂ ਰਿਪੀਟ ਕਰ ਰਿਹਾ, ਅਸਗੰਧ ਦੇ ਪੱਤੇ, ਅਮਰਬੇਲ ਐਂਡ ਸੰਭਾਲੂ ਦੇ ਪੱਤੇ ਤੇ ਆਪਣਾ ਐਰੰਡ ਦੇ ਪੱਤੇ। ਸੰਭਾਲੂ ਸ਼ਾਇਦ ਤੁਹਾਡੇ ਵਾਸਤੇ ਨਵਾਂ ਹੋਏਗਾ। ਸੰਭਾਲੂ ਦੇ ਬਾਰੇ ਤੁਹਾਨੂੰ ਦੱਸਦਾ, ਤੁਸੀਂ ਬਿਲ ਪੱਤਰ ਅਕਸਰ ਦੇਖੇ ਹੋਣਗੇ ਜੋ ਅਸੀਂ ਸ਼ੰਕਰ ਜੀ ਨੂੰ ਅਰਪਿਤ ਕਰਦੇ ਆ, ਬਿਲ ਪੱਤਰ। ਸੰਭਾਲੂ ਦੇ ਪੇੜ ਦੇ ਪੱਤੇ ਬਿਲਕੁਲ ਬਿਲ ਪੱਤਰ ਦੀ ਤਰ੍ਹਾਂ 3 ਪੱਤੇ ਹੁੰਦੇ ਆ। ਫਰਕ ਇੰਨਾ ਹੈਗਾ ਕਿ ਸੰਭਾਲੂ ਦੇ ਪੇੜ ਦੇ ਕੰਡੇ ਨਹੀਂ ਹੁੰਦੇ ਔਰ ਬਿਲ ਪੱਤਰ ਦੇ ਛੋਟੇ-ਛੋਟੇ ਕੰਡੇ ਹੁੰਦੇ ਹੈਗੇ ਆ। ਇਹ ਡਿਫਰੈਂਸ ਹੈਗਾ। ਅਦਰਵਾਈਜ਼ ਪੱਤੇ ਡਿਟੋ ਸੇਮ ਤੁਹਾਨੂੰ ਨਜ਼ਰ ਆਣਗੇ। ਤੁਸੀਂ ਜੇ ਐਦਾਂ ਹੀ ਪੱਤੇ ਚੱਕੋਗੇ ਤਾਂ ਤੁਸੀਂ ਕਹਿ ਸਕਦੇ ਕਿ ਇਹ ਬਿਲ ਪੱਤਰ ਹੈ ਜੀ, ਰਾਈਟ। ਇਹਨਾਂ ਪੱਤਿਆਂ ਨੂੰ ਤੁਸੀਂ ਇੱਕ ਮਲਮਲ ਦੇ ਕੱਪੜੇ 'ਚ ਬੰਨ ਕੇ ਪੋਟਲੀ ਬਣਾ ਲਓ ਔਰ 7 ਲੀਟਰ ਦੇ ਕੁੱਕਰ ਦੇ ਵਿੱਚ ਉਹਨੂੰ ਰੱਖ ਦਿਓ ਔਰ ਅੱਧਾ ਕੁੱਕਰ ਪਾਣੀ ਨਾਲ ਭਰ ਦਿਓ। ਠੀਕ ਹੈ ਸਰ। ਪਾਣੀ ਨਾਲ ਭਰਨ ਤੋਂ ਬਾਅਦ ਜੋ ਕੁੱਕਰ ਦੀ ਸੀਟੀ ਹੈਗੀ ਹੈ ਉਹਨੂੰ ਹਟਾ ਦਿਓ ਔਰ ਉਸ ਨੋਜ਼ਲ ਦੇ ਉੱਤੇ, ਜੇ ਕੁੱਕਰ ਦੀ ਨੋਜ਼ਲ ਹੈ ਉਹਦੇ ਉੱਪਰ ਇੱਕ ਗੈਸ ਵਾਲੀ ਨਵੀਂ ਪਾਈਪ ਲਿਆ ਕੇ ਫਿੱਟ ਕਰ ਦਿਓ। ਠੀਕ ਹੈ ਸਰ। ਤੁਹਾਡਾ ਜਿਹੜਾ ਸਿਸਟਮ ਹੈ ਤਿਆਰ ਹੋ ਗਿਆ। ਔਰ ਇਹ ਸਿਸਟਮ ਤੁਸੀਂ ਇੱਕ ਵਾਰੀ ਦੇ ਜਿਹੜੇ ਪੱਤੇ ਕਲੈਕਟ ਕੀਤੇ ਹੈ 200-250 ਗ੍ਰਾਮ ਪੱਤੇ, ਉਹ ਤੁਹਾਡੇ 10 ਤੋਂ 12 ਦਿਨ ਕੰਮ ਕਰਨਗੇ। ਪਾਣੀ ਤੁਸੀਂ ਪਾਉਂਦੇ ਜਾਓਗੇ। ਉਸ ਤੋਂ ਬਾਅਦ ਜਿਹੜੀ ਉਹ ਪਾਈਪ ਹੈਗੀ ਹੈ, ਉਹਨੂੰ ਜਦੋਂ ਕੁੱਕਰ ਨੂੰ ਗੈਸ ਤੇ ਰੱਖੋਗੇ ਤਾਂ ਹੌਲੀ ਹੌਲੀ ਸਟੀਮ ਜਿਹੜੀ ਹੈ ਉਹ ਪਾਈਪ ਦੇ ਵਿੱਚ ਦੀ ਆਣੀ ਸ਼ੁਰੂ ਹੋ ਜਾਏਗੀ। ਤਾਂ ਉਹ ਸਟੀਮ ਤੁਸੀਂ ਲਾਈਕ ਮੰਨ ਲਓ ਕਿ ਮੇਰੇ ਹੱਥ 'ਚ ਪਾਈਪ ਹੈਗੀ ਹੈ ਤੇ ਮੇਰਾ ਨੀ ਜੁਆਇੰਟ ਹੈਗਾ, ਤਾਂ ਮੈਂ ਇਸ ਨੂੰ ਸਟੀਮ ਦੇ ਰਿਹਾ। ਲੇਕਿਨ ਮੈਂ ਸਟੀਮ ਇੱਕ ਜਗ੍ਹਾ ਤੇ ਫੋਕਸ ਨਹੀਂ ਕਰਾਂਗਾ, ਥੋੜਾ ਦੂਰੀ ਵੀ ਰੱਖਾਂਗਾ, ਸਕਿਨ ਨਾ ਚਲੇ, ਤੇ ਮੂਵ ਕਰਦਾ ਰਹਾਂਗਾ ਸੋ ਦੈਟ ਕਿ ਸਕਿਨ ਦੇ ਉੱਤੇ ਇੱਕ ਜਗ੍ਹਾ ਤੇ ਹੀਟ ਜਿਹੜੀ ਹੈ ਨਾ ਪਹੁੰਚੇ। ਇਹ ਕੱਲੀ ਸਟੀਮ ਬਹੁਤ ਹੀ ਇਫੈਕਟਿਵ ਹੈ, ਬਹੁਤ ਇਫੈਕਟਿਵ ਹੈ। ਪੰਚਕਰਮਾ ਸੈਂਟਰ ਦੇ ਵਿੱਚ ਦਿੱਤੀ ਜਾਂਦੀ ਹੈ। ਤੁਸੀਂ ਘਰੇ ਅਗਰ ਐਫਰਟ ਕਰ ਸਕਦੇ ਹੋ ਦੈਨ ਯੂ ਕੈਨ ਡੂ ਇਟ। ਇੰਡੀਆ ਦੇ ਵਿੱਚ ਹੁਣ ਸਰਦੀ ਸ਼ੁਰੂ ਹੋ ਰਹੀ ਹੈ ਤਾਂ ਆਰਾਮ ਦੇ ਨਾਲ ਸਟੀਮ ਦਿੱਤੀ ਜਾ ਸਕਦੀ ਹੈ। ਠੀਕ ਹੈ। ਪਹਿਲਾਂ ਤੇਲ ਦੀ ਮਾਲਿਸ਼ ਕਰ ਲਓ, ਇਹ ਸਟੀਮ ਦਿਓ, ਐਕਸਰਸਾਈਜ਼ ਕਰੋ, ਡਾਈਟ ਦਾ ਧਿਆਨ ਰੱਖੋ, ਤਾਂ ਬਹੁਤ ਹੈਗਾ, ਤੁਸੀਂ ਜਲਦੀ ਦੇ ਨਾਲ ਰਿਕਵਰ ਕਰ ਜਾਓਗੇ। ਦਵਾਈਆਂ ਦੀ ਘੱਟ ਜ਼ਰੂਰਤ ਪਏਗੀ। ਅਗਰ ਦਵਾਈ ਦੀ ਜ਼ਰੂਰਤ ਹੈ ਦੈਨ ਯੂ ਕੈਨ ਐਨੀ ਟਾਈਮ ਕਾਲ ਮੀ। ਅਸੀਂ ਸਪੈਸੀਫਿਕ ਇਹਦੇ ਵਾਸਤੇ ਪੂਰਾ ਕਿੱਟ ਬਣਾਇਆ ਹੋਇਆ ਹੈਗਾ, ਤਾਂ ਉਹ ਕਿੱਟ ਤੁਹਾਨੂੰ ਕਦੇ ਵੀ ਭੇਜ ਸਕਦੇ ਹਾਂ। ਬਟ ਬਿਫੋਰ ਦੈਟ ਐਕਸਰਸਾਈਜ਼ ਸ਼ੁਰੂ ਕਰੋ, ਅਖਰੋਟ ਖਾਣੇ ਸ਼ੁਰੂ ਕਰੋ, ਜੋ ਤੁਹਾਨੂੰ ਮੈਂ ਨੁਸਖੇ ਦੱਸ ਰਿਹਾ ਸ਼ੁਰੂ ਕਰੋ, ਇਹਦੇ ਨਾਲ ਹੀ ਰਿਕਵਰ ਹੋ ਜਾਓਗੇ ਤੁਸੀਂ ਜੀ। ਸੋ ਦੋਸਤੋ, ਮੇਰੇ ਖਿਆਲ ਦੇ ਵਿੱਚ ਜੁਆਇੰਟ ਪੇਨ ਦਾ ਮੈਕਸਿਮਮ ਜਿਹੜਾ ਮੈਥਡ ਹੈ, ਜਿਹੜਾ ਪ੍ਰੋਸੈਸ ਹੈ ਠੀਕ ਹੋਣ ਦਾ, ਉਹ ਸੁਨੀਲ ਜੀ ਨੇ ਦੱਸਤਾ। ਐਕਸਰਸਾਈਜ਼ ਜ਼ਰੂਰੀ ਹੈ ਤੇ ਉਹਦੇ ਨਾਲ ਜਿਹੜੀ ਡਾਈਟ ਬਹੁਤ ਜ਼ਰੂਰੀ ਹੈ। ਪਰ ਫਿਰ ਵੀ ਤੁਹਾਨੂੰ ਕੋਈ ਇਸ਼ੂ ਹੈ, ਇਹਦੇ ਵਿੱਚ ਸਾਡੀ ਸਕਰੀਨ ਤੇ ਸੁਨੀਲ ਜੀ ਦਾ ਨੰਬਰ ਚੱਲ ਰਿਹਾ ਹੈ ਤੇ ਪਟਿਆਲਾ ਦੇ ਵਿੱਚ ਇਹ ਪ੍ਰੈਕਟਿਸ ਕਰਦੇ ਨੇ, ਤੇ ਕਦੋਂ ਵੀ ਜਾ ਕੇ ਤੁਸੀਂ ਮਿਲ ਸਕਦੇ ਹੋ।
ਇਹਨਾਂ ਨਾਲ ਸਲਾਹ ਕਰ ਸਕਦੇ ਹੋ। ਜੇ ਤੁਹਾਨੂੰ ਜ਼ਰੂਰਤ ਹੈ ਕਿ ਮੈਡੀਸਨ ਲੈਣੀ ਅਸੀਂ, ਤਾਂ ਮੈਡੀਸਨ ਵੀ ਇਹ ਪ੍ਰੋਵਾਈਡ ਕਰ ਸਕਦੇ ਨੇ ਤੁਹਾਨੂੰ। ਥੈਂਕ ਯੂ ਸੁਨੀਲ ਜੀ। ਉਹ ਤੋਂ ਜਾਣ ਤੋਂ ਪਹਿਲਾਂ ਕੁਛ ਹੋਰ ਮੇਰੇ ਖਿਆਲ ਦੇ ਵਿੱਚ ਮੈਕਸਿਮਮ ਤੁਸੀਂ ਇਨਫੋਰਮੇਸ਼ਨ ਦੇ ਦਿੱਤੀ। ਸਰ ਮੈਂ ਜਿੰਨੀ ਵੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਪ੍ਰੈਕਟੀਕਲ ਇਨਫੋਰਮੇਸ਼ਨ ਹੈਗੀ ਹੈ। ਪੇਸ਼ੈਂਟਸ ਨੂੰ ਅਸੀਂ ਇਹੀ ਦੱਸਦੇ ਔਰ ਪੇਸ਼ੈਂਟਸ ਇਹਦੇ ਨਾਲ ਰਿਕਵਰ ਹੋ ਰਹੇ ਹਨ। ਅਗਰ ਤੁਸੀਂ ਦੇਖੋ ਕਿ ਮੇਰੇ 10 ਦੇ ਵਿੱਚੋਂ 7 to 8 ਪੇਸ਼ੈਂਟ ਜਿਹੜੇ ਹੈਗੇ ਫੁੱਲੀ ਰਿਕਵਰ ਹੋ ਰਹੇ ਹੈਗੇ ਔਰ ਉਹਨਾਂ ਦਾ ਕਾਰਨ ਇਹੀ ਹੈ ਕਿ ਐਕਸਰਸਾਈਜ਼ ਕਰ ਰਹੇ ਆ ਔਰ ਡਾਈਟ ਦਾ ਪੂਰਾ ਧਿਆਨ ਰੱਖ ਰਹੇ ਆ। ਤਾਂ ਮੈਂ ਲਾਸਟ ਵਿੱਚ ਅਗੇਨ ਇਹੀ ਕਹਾਂਗਾ, ਜੋ ਗੱਲਾਂ ਤੁਸੀਂ ਸੁਣੀਆਂ ਹੈਗੀਆਂ ਉਹਨਾਂ ਨੂੰ ਫੋਲੋ ਕਰੋ। ਫੋਲੋ ਕਰੋਗੇ ਤਾਂ ਤੁਹਾਨੂੰ ਪ੍ਰੋਬਲਮ ਆਏਗੀ ਨਹੀਂ। ਅਗਰ ਤੁਹਾਡੇ ਜੁਆਇੰਟਸ ਦੇ ਵਿੱਚ ਥੋੜੀ ਆਵਾਜ਼ ਵੀ ਆਣੀ ਸ਼ੁਰੂ ਹੋਈ ਹੈ ਤਾਂ ਅਖਰੋਟ ਐਟਲੀਸਟ ਸਵੇਰੇ ਖਾਲੀ ਪੇਟ ਪਾਣੀ 'ਚ ਰਾਤ ਨੂੰ ਭਿਉਂਤੇ ਹੋਏ ਅਖਰੋਟ ਖਾਣੇ ਸ਼ੁਰੂ ਕਰ ਦਿਓ। 15-20 ਦਿਨਾਂ ਦੇ ਵਿੱਚ ਉਹ ਰਿਕਵਰੀ ਹੋ ਜਾਏਗੀ। ਇਹਨੂੰ ਲਾਈਟਲੀ ਨਾ ਲਓ ਕਿ ਮੇਰੇ ਕਿਹੜਾ ਪੇਨ ਹੋ ਰਿਹਾ, ਆਵਾਜ਼ ਹੀ ਆ ਰਹੀ ਹੈ। ਅੱਜ ਆਵਾਜ਼ ਆ ਰਹੀ ਹੈ, ਕੱਲ ਨੂੰ ਪੇਨ ਵੀ ਹੋਏਗਾ। ਸੋ ਇਹ ਚੀਜ਼ ਦਾ ਧਿਆਨ ਰੱਖੋ, ਠੀਕ ਹੈ ਜੀ। ਸੋ ਥੈਂਕ ਯੂ ਵੈਰੀ ਮਚ। ਉਮੀਦ ਕਰਦਾ ਕਿ ਸਾਰਿਆਂ ਨੂੰ ਸਾਡੇ ਦੱਸੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ। ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਕਿਸੇ ਹੋਰ ਵਿਸ਼ੇ ਦੇ ਉੱਤੇ ਜਾਣਨਾ ਚਾਹੁੰਦੇ ਹੈਗੇ ਤਾਂ ਉਹ ਦੱਸ ਸਕਦੇ ਹੈਗੇ ਹੋ। ਰਾਜੇਸ਼ ਜੀ ਲੱਗੇ ਹੋਏ ਆ ਇਸ ਤਰ੍ਹਾਂ ਦੀ ਮਿਹਨਤ ਕਰ ਰਹੇ ਹੈਗੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਐਟਲੀਸਟ ਜਿਹੜਾ ਟਾਈਮ ਕੱਢਦੇ ਹੈਗੇ ਉਹਦੇ ਲਈ ਬਹੁਤ ਹੀ ਐਪਰੀਸ਼ੀਏਬਲ ਹੈਗਾ ਕਿ ਤੁਸੀਂ ਇੱਕ ਸਮਾਜ ਸੇਵਾ ਦੇ ਤੌਰ ਤੇ ਕੰਮ ਕਰ ਰਹੇ ਹੈਗੇ। ਅਸੀਂ ਤਾਂ ਚਲੋ ਫਿਰ ਵੀ ਕੁਛ ਨਾ ਕੁਛ ਗੇਨ ਕਰਾਂਗੇ। ਕੋਈ 1-2 ਪੇਸ਼ੈਂਟ ਆਣਗੇ ਤਾਂ ਡੈਫੀਨੇਟਲੀ ਵੀਲ ਗੇਨ ਸਮਥਿੰਗ, ਲੇਕਿਨ ਤੁਸੀਂ ਸਿਰਫ ਸਮਾਜ ਸੇਵਾ ਦੇ ਉੱਤੇ ਕੰਮ ਕਰ ਰਹੇ ਹੋ ਕਿ ਤੁਸੀਂ ਇੱਕ ਇੰਨੀ ਡਾਟਾ ਕੱਢ ਕੇ ਰੱਖਦੇ ਹੈਗੇ ਹੋ, ਫਿਰ ਦੱਸਦੇ ਹੋ ਕਿ ਕਿੰਨਾ ਕੁਛ ਨੁਕਸਾਨ ਹੈਗਾ। ਤਾਂ ਮੈਂ ਸਮਝਦਾ ਕਿ ਤੁਸੀਂ ਜ਼ਿਆਦਾ ਧੰਨਵਾਦ ਦੇ ਤੇ ਐਪਰੀਸ਼ੀਏਸ਼ਨ ਦੇ ਹੱਕਦਾਰ ਹੈਗੇ। ਨਹੀਂ ਤੁਸੀਂ ਸਰ, ਤੁਸੀਂ ਜਿਹੜਾ ਇਹ ਮੇਰੇ ਖਿਆਲ ਦੇ ਵਿੱਚ ਕਾਫੀ ਡਾਕਟਰ ਨੇ ਜਿਹੜੇ ਸਿਰਫ ਮੈਡੀਸਨ ਤੇ ਉਹ ਕੰਸਨਟਰੇਟ ਕਰਦੇ ਨੇ ਕਿ ਮੈਡੀਸਨ ਪੇਸ਼ੈਂਟ ਨੂੰ ਦਿੱਤੀ ਜਾਵੇ। ਤੇ ਅੱਜ ਕੱਲ ਤਾਂ ਟੀਵੀ ਤੇ ਬਹੁਤ ਜ਼ਿਆਦਾ ਮੈਂ ਦੇਖਦਾ 10-10 ਮਿੰਟ ਦੀ 15-15 ਮਿੰਟ ਦੀ ਐਡਸ ਆਉਂਦੀਆਂ ਨੇ ਕਿ ਮੈਡੀਸਨ ਵੇਚੀ ਜਾਵੇ। ਪਰ ਜਿਹੜਾ ਤੁਸੀਂ ਇਲਾਜ ਸਾਨੂੰ ਦੱਸ ਰਹੇ ਹੋ ਕਿ ਐਕਸਰਸਾਈਜ਼ ਤੇ ਪਹਿਲਾਂ ਜਿਹੜੀ ਤੁਹਾਡੀ ਖੁਰਾਕ ਹੈ ਉਹ ਠੀਕ ਹੋਣੀ ਚਾਹੀਦੀ ਹੈ। ਜੇ ਫਿਰ ਵੀ ਤੁਹਾਨੂੰ ਕੋਈ ਇਸ਼ੂ ਹੈ, ਕਈ ਬੰਦੇ ਆਲਸੀ ਵੀ ਹੁੰਦੇ ਨੇ ਕਿ ਇਹ ਚੀਜ਼ਾਂ ਨਹੀਂ ਕਰਨੀਆਂ ਤੇ ਉਹ ਮੈਡੀਸਨ ਵੀ ਲੈ ਸਕਦੇ ਨੇ। ਪਰ ਜਿਹੜਾ ਤੁਹਾਡੇ ਵੱਲੋਂ ਉਦਮ ਹੈ ਕਿ ਪਹਿਲੇ ਹੀ ਪੇਸ਼ੈਂਟ ਠੀਕ ਹੋਵੇ ਬਿਨਾਂ ਪੈਸਿਆਂ ਤੋਂ, ਤੇ ਉਹ ਜਿਹੜਾ ਬੰਦਾ ਐਕਸਰਸਾਈਜ਼ ਕਰੇਗਾ ਉਹਦੇ ਅੱਗੇ ਵੀ ਜਾ ਕੇ ਕੰਮ ਆਏਗੀ ਉਹ ਐਕਸਰਸਾਈਜ਼। ਔਰ ਸਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਆਲਸੀ ਬੰਦੇ ਹੁੰਦੇ ਆ, ਆਲਸੀ ਬੰਦਿਆਂ ਦੇ ਪੈਸੇ ਵੀ ਦਵਾਈ ਤੇ ਖਰਾਬ ਹੁੰਦੇ ਆ, ਠੀਕ ਨਹੀਂ ਹੁੰਦੇ ਉਹ, ਕਿਉਂਕਿ ਕਸਰਤ ਤਾਂ ਛੱਡ ਹੀ ਨਹੀਂ ਸਕਦੇ। ਡਾਈਟ ਤੇ ਐਕਸਰਸਾਈਜ਼ ਇਸ ਬਿਮਾਰੀ ਦੇ ਵਿੱਚ ਤੁਸੀਂ ਨਹੀਂ ਇਹ ਤੋਂ ਬਿਨਾਂ ਰਹਿ ਸਕਦੇ। ਅਗਰ ਐਕਸਰਸਾਈਜ਼ ਨਹੀਂ ਕਰੋਗੇ ਤਾਂ ਅਸੀਂ ਤਾਂ ਕੁਝ ਤੁਹਾਡਾ, ਕਿਉਂਕਿ ਸਾਡੇ ਕੋਲ ਕੋਈ ਐਸੀ ਦਵਾਈ ਨਹੀਂ, ਕੋਈ ਐਸਾ ਜਾਦੂ ਨਹੀਂ ਹੈ ਕਿ ਅਸੀਂ ਇਹਨਾਂ ਗੋਡਿਆਂ ਨੂੰ ਏਦਾਂ ਖੋਲ ਦਈਏ। ਇਹ ਤਾਂ ਐਕਸਰਸਾਈਜ਼ ਨਹੀਂ ਖੋਲਣੇ ਹੈਗੇ, ਤਾਂ ਉਹ ਪਾਰਟ ਤੁਸੀਂ ਭੁੱਲ ਨਹੀਂ ਸਕਦੇ ਹੈਗੇ। ਤਾਂ ਇਸ ਲਈ ਇੰਪੋਰਟੈਂਟ ਹੈਗਾ ਡਾਈਟ ਤੇ ਐਕਸਰਸਾਈਜ਼, ਇਹਨੂੰ ਨਾ ਭੁੱਲਿਓ। ਚਲੋ ਥੈਂਕ ਯੂ ਸੁਨੀਲ ਜੀ। ਓਕੇ ਸਰ, ਥੈਂਕ ਯੂ। ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਤੇ ਕੁਝ ਅਮਲ ਕੀਤਾ ਇਸ ਫਾਰਮੂਲੇ ਤੇ ਜਿਹੜਾ ਕਿ ਡਾਕਟਰ ਸੁਨੀਲ ਜੀ ਨੇ ਦੱਸਿਆ ਸਾਨੂੰ। ਤੇ ਨੈਕਸਟ ਟਾਈਮ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਜਿਹੜਾ ਮੁੱਦਾ ਮੇਨ ਹੈ ਜਾਂ ਪ੍ਰੋਬਲਮ ਲੋਕਾਂ ਦੀ ਜ਼ਿਆਦਾ ਨੇ ਪੂਰੇ ਵਰਲਡ 'ਚ, ਉਹ ਅਸੀਂ ਫੇਰ ਲੈ ਕੇ ਆਵਾਂਗੇ। ਥੈਂਕ ਯੂ ਸਰ।